ਪਾਤਸ਼ਾਹੀ ਤੀਜੀ ਬੀਬੀ ਭਾਨੀ ਜੀ ਆਨੰਦ ਸਾਹਿਬ ਪੜ੍ਹਨਾ। ਜਿਵੇਂ ਇਸੇ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਬੀਬੀ ਭਾਨੀ ਦਾ ਆਨੰਦ ਕਾਰਜ ਆਪ ਦੀ ਹਜ਼ੂਰੀ ਵਿੱਚ ਕੀਤਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨਾਲ ਆਨੰਦ ਸਾਹਿਬ ਪੜ੍ਹ ਕੇ ਤੇ ਆਨੰਦ ਸਾਹਿਬ ਪੜ੍ਹਨ ਦੀ ਮਰਿਆਦਾ ਤੇ ਆਗਿਆ ਕੀਤੀ ਤੇ ਆਪਣੇ ਉਦਾਲੇ ਪ੍ਰਕਰਮਾਂ ਕਰਵਾਈਆਂ। ਪਾਤਸ਼ਾਹੀ ਤੀਜੀ ਭਾਈ ਸੱਚਨ ਸੱਚ। ਫਿਰ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਵਕਤ ਭਾਈ ਸੱਚਨ ਸੱਚ ਜਿਹੜਾ ਇੱਕ ਮਸਤਾਨਾ ਸੀ, ਉਸ ਦਾ ਹਰੀ ਸੈਨ ਜੋ ਹਰੀਪੁਰ ਰਿਆਸਤ ਦਾ ਰਾਜਾ ਸੀ, ਉਸ ਦੀ ਰਾਣੀ ਨਾਲ ਆਨੰਦ ਕਾਰਜ ਗੁਰਾਂ ਦੀ ਹਜ਼ੂਰੀ ਵਿੱਚ ਹੋਇਆ। ਸਤਿਗੁਰਾਂ ਦੇ ਦਰਸ਼ਨ ਕਰਨ ਆਈ ਰਾਣੀ ਨੇ ਸਤਿਗੁਰਾਂ ਤੋਂ ਘੁੰਡ ਕੱਢ ਲਿਆ ਸੀ। ਸਤਿਗੁਰਾਂ ਨੇ ਬਚਨ ਕੀਤਾ, ਗੁਰੂ ਸਾਹਿਬ ਪਿਤਾ ਦੀ ਨਿਆਈ ਹੁੰਦੇ ਨੇ, ਜੋ ਸਾਡੇ ਕੋਲੋਂ ਘੁੰਡ ਕੱਢਣਾ ਸੀ, ਸਾਡੇ ਕੋਲ ਕਮਲੀ ਨੇ ਕਿਉਂ ਆਉਣਾ ਸੀ। ਇਹ ਬਚਨ ਕਰਨ ਤੋਂ ਕਮਲੀ ਹੋ ਗਈ। ਰਾਜਾ ਉਸ ਵਕਤ ਭੈ ਦੇ ਸੰਯੁਕਤ ਵਾਪਸ ਹੋ ਗਿਆ ਅਤੇ ਉਹ ਕਮਲੀ ਹੋ ਕੇ ਜੰਗਲ ਵਿੱਚ ਫਿਰਦੀ ਰਹੀ। ਭਾਈ ਸੱਚਨ ਸੱਚ ਲੰਗਰ ਦੀਆਂ ਲੱਕੜਾਂ ਲਿਆਇਆ ਕਰਦਾ ਸੀ। ਉਹਨੂੰ ਇੱਕ ਦਿਨ ਉਹ ਕਮਲੀ ਆ ਚੰਬੜੀ। ਇਸ ਨੂੰ ਲੱਕੜਾਂ ਇਕੱਠੀਆਂ ਨਾ ਕਰਨ ਦਿੱਤੀਆਂ, ਘਰੂੰਡ ਮਾਰ ਮਾਰ ਕੇ ਅੰਗਾਂ ਵਿੱਚੋਂ ਲਹੂ ਕੱਢ ਦਿੱਤਾ। ਜਦੋਂ ਸਤਿਗੁਰੂ ਮਹਾਰਾਜ ਦੇ ਪਾਸ ਆਇਆ, ਸਤਿਗੁਰਾਂ ਨੇ ਕਿਹਾ, ਸੱਚਨ ਸੱਚ ਕੀ ਗੱਲ ਹੈ, ਬੜਾ ਡਰਦਾ ਹੈ। ਸੱਚਨ ਸੱਚ ਕਹਿੰਦਾ, ਮਹਾਰਾਜ ਜੀ ਮੈਨੂੰ ਉਹ ਕਮਲੀ ਚੰਬੜ ਗਈ ਜੋ ਰਾਣੀ ਘੁੰਡ ਕੱਢ ਕੇ ਆਈ ਸੀ। ਆਪ ਨੇ ਬਚਨ ਕੀਤਾ ਸੀ ਕਿ ਇਹ ਕਮਲੀ ਨੇ ਗੁਰੂ ਪਿਤਾ ਕੋਲੋਂ ਘੁੰਡ ਕਿਉਂ ਕੱਢਿਆ। ਮਹਾਰਾਜ ਜੀ ਕਹਿੰਦੇ, ਕੋਈ ਨਹੀਂ, ਕੱਲ ਨੂੰ ਸਾਡੀ ਖੜਾਮ ਲੈ ਕੇ ਜਾਵੀਂ, ਉਹਦੇ ਸਿਰ ਵਿੱਚ ਮਾਰ ਕੇ ਰਾਜੀ ਕਰ ਲਿਆਵੀਂ। ਇਹ ਬਚਨ ਸਤਿਗੁਰਾਂ ਨੇ ਕੀਤਾ ਸੀ। ਉਹ ਭਾਈ ਸੱਚਨ ਸੱਚ ਜੰਗਲ ਵਿੱਚ ਆ ਗਿਆ, ਲੱਕੜਾਂ ਇਕੱਠੀਆਂ ਕਰਦੇ ਰਹੇ। ਜਦੋਂ ਉਵੇਂ ਕਮਲੀ ਬਾਹਾਂ ਉਲਾਰਦੀ ਆਈ, ਉਸ ਵਕਤ ਸੱਚਨ ਸੱਚ ਨੇ ਮਹਾਰਾਜ ਜੀ ਦੀ ਖੜਾਮ ਮੱਥੇ ਵਿੱਚ ਟਿਕਾ ਕੇ ਮਾਰੀ ਤੇ ਉਹਨੂੰ ਸੁਰਤ ਆ ਗਈ, ਕਮਲ ਉਤਰ ਗਿਆ ਉਸਦਾ। ਉਸ ਵਕਤ ਕਿਹਾ, ਭਾਈ ਮੈਨੂੰ ਬਸਤਰ ਦੇ, ਮੈਂ ਆਪਣੇ ਸਰੀਰ ਨੂੰ ਢਕਾਂ। ਸੱਚਨ ਸੱਚ ਨੇ ਆਪਣੀ ਕੰਬਲੀ ਦਿੱਤੀ ਤੇ ਮਹਾਰਾਜ ਦੀ ਹਜ਼ੂਰੀ 'ਚ ਲਿਆਇਆ। ਸ੍ਰੀ ਗੁਰੂ ਅਮਰਦਾਸ ਜੀ ਬੜੇ ਹੱਸੇ, ਕਹਿੰਦੇ, ਚੰਗਾ ਸੱਚਨ ਸੱਚ, ਤੇਰਾ ਇਹ ਰਾਜੇ ਦੀ ਰਾਣੀ ਨਾਲ ਵਿਆਹ ਕਰਦੇ ਆ। ਉਸ ਵਕਤ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਆਨੰਦ ਸਾਹਿਬ ਦਾ ਪਾਠ ਕਰਾਇਆ ਤੇ ਸੱਚਨ ਸੱਚ ਤੇ ਰਾਣੀ ਨੇ ਮਹਾਰਾਜ ਦੀਆਂ ਪ੍ਰਕਰਮਾਂ ਕੀਤੀਆਂ। ਇਹ ਆਨੰਦ ਕਾਰਜ ਤੀਜੇ ਪਾਤਸ਼ਾਹ ਜੀ ਨੇ ਕੀਤਾ। ਉਹ ਖੜਾਉਂ ਸਾਧ ਸੰਗਤ ਜੀ ਹੁਣ ਬਹਾਦਰਗੜ੍ਹ ਦੇ ਕੋਲ ਪਟਿਆਲੇ ਤੋਂ 5 ਮੀਲ ਤੇ ਇੱਕ ਸਿੱਖਾਂ ਦੇ ਕੌਲੇ ਪਿੰਡ ਹੈ, ਉੱਥੇ ਉਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਖੜਾਂ ਹੁਣ ਤੱਕ ਪਈ ਹੈ। ਪਾਤਸ਼ਾਹੀ ਚੌਥੀ ਲਾਵਾਂ ਉਚਾਰਨ ਕੀਤੀਆਂ। ਇਸੇ ਪ੍ਰਕਾਰ ਸਾਧ ਸੰਗਤ ਜੀ ਚੌਥੇ ਪਾਤਸ਼ਾਹੀ ਦੇ ਹਜ਼ੂਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੇਰੀ ਲੜਕੀ ਦੀ ਸ਼ਾਦੀ ਹੈ, ਮੈਂ ਗਰੀਬ ਹਾਂ, ਮੇਰੇ ਪਾਸੋਂ ਪੰਡਤ 25 ਰੁਪਏ ਮੰਨ ਕੇ ਵਿਆਹ ਕਰਾਈ ਦੇ। ਹੁਣ ਜੰਝ ਦੇ ਆਉਣ ਤੋਂ ਜਦੋਂ ਠੀਕ ਲਾਵਾਂ ਦਾ ਸਮਾਂ ਹੋ ਗਿਆ ਤਾਂ ਕਹਿੰਦਾ 50 ਰੁਪਏ ਦਿਓਗੇ ਤਾਂ ਵਿਆਹ ਕਰਾਵਾਂਗਾ। ਜਿਸ ਵਕਤ 1 ਰੁਪਏ ਦੀ ਇੱਕ ਮਣ ਨਾਲੋਂ ਕਣਕ ਬਹੁਤੀ ਆਉਂਦੀ ਸੀ। ਐਨ ਮੌਕੇ ਤੇ ਜਵਾਬ ਦੇ ਦਿੱਤਾ। ਸਤਿਗੁਰੂ ਸਾਹਿਬ ਜੀ ਵਿਰਾਗ ਵਿੱਚ ਆਏ, ਬ੍ਰਾਹਮਣ ਐਸੇ ਲੁਟੇਰੇ ਹੋ ਗਏ ਨੇ। ਉਸ ਵਕਤ ਭਾਈ ਬੁੱਢਾ ਜੀ, ਜੇਠਾ ਜੀ, ਪੈੜਾ ਜੀ, ਲੰਗਾਹ ਜੀ, ਗੁਰਦਾਸ ਜੀ, ਸਾਲੋ ਆਦਿਕ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਆਪ ਆਪਣੇ ਕਿਸੇ ਵੀ ਸਿੱਖ ਨੂੰ ਕਿਸੇ ਗੋਚਰੇ ਨਾ ਛੱਡੋ, ਆਪ ਹੀ ਕਿਰਪਾ ਕਰਕੇ ਕਾਰਜ ਕਰੋ। ਮਹਾਰਾਜ ਨੇ ਕਿਹਾ, ਜੰਝ ਵਾਲੇ ਵੀ ਸਾਡੇ ਕੋਲ ਆ ਜਾਓ, ਲੜਕੀ ਵਾਲੇ ਵੀ ਆ ਜਾਓ। ਉਹ ਗਰੀਬ ਦੀ ਲੜਕੀ ਦੀ ਸ਼ਾਦੀ ਮਹਾਰਾਜ ਨੇ 4 ਲਾਵਾਂ ਉਚਾਰ ਕੇ ਦੁੱਖ ਭੰਜਨੀ ਦੇ ਹੇਠ ਕੀਤੀ ਤੇ ਆਗਿਆ ਕੀਤੀ, ਅੱਜ ਤੋਂ ਸਾਡੇ ਸਿੱਖ ਕਿਸੇ ਬ੍ਰਾਹਮਣ ਨੂੰ ਵਿਆਹ ਵਿੱਚ ਨਾ ਲਿਆਉਣ, ਅਸਾਂ ਲਾਵਾਂ ਉਚਾਰ ਦਿੱਤੀਆਂ ਨੇ। ਇਸ ਤਰ੍ਹਾਂ ਗੁਰਮਤਿ ਅਨੁਸਾਰ ਸ਼ਾਦੀ ਕਰ ਲਿਆ ਕਰੋ। ਇਹਨਾਂ ਵਿੱਚ ਵਿਵਹਾਰਕ ਸੱਤਾ ਸਿੱਧ ਹੁੰਦੀ ਹੈ ਤੇ ਨਾਲੇ ਪਰਮਾਰਥ ਸੱਤਾ ਸਿੱਧ ਹੁੰਦੀ ਹੈ। ਇਉਂ ਲਾਵਾਂ ਦੇ ਪਾਠ ਦੀ ਮਰਿਆਦਾ ਹੈ। ਪਾਤਸ਼ਾਹੀ ਛੇਵੀਂ। ਇਸ ਪ੍ਰਕਾਰ ਸਾਰੇ ਗੁਰਾਂ ਸਮੇਂ ਮਰਿਆਦਾ ਹੁੰਦੀ ਰਹੀ। ਛੇਵੇਂ ਪਾਤਸ਼ਾਹੀ ਦਾ ਆਨੰਦ ਕਾਰਜ ਵੀ ਇਸੇ ਮਰਿਆਦਾ ਨਾਲ ਹੋਇਆ। ਬੀਬੀ ਵੀਰੋ ਜੀ ਦਾ ਆਨੰਦ ਕਾਰਜ ਸਤਿਗੁਰਾਂ ਨੇ ਝਬਾਲ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਜੰਗ ਜਿੱਤ ਕੇ 26 ਜੇਠ ਨੂੰ ਕੀਤਾ। ਉੱਥੇ ਹੁਣ ਤੱਕ ਲਾਵਾਂ ਪੜ੍ਹਨ ਦੀ ਮਰਿਆਦਾ। ਲਾਵਾਂ ਦਾ ਪਾਠ 26 ਜੇਠ ਨੂੰ ਸਾਰੇ ਜਾ ਕੇ ਸੁਣਦੇ ਹਨ ਤੇ ਮਹਾਰਾਜ ਦੀਆਂ ਪ੍ਰਕਰਮਾਂ ਕਰਦੇ ਨੇ। ਇਹ ਮਹਾਤਮ ਸਮਝਦੇ ਨੇ ਕਿਉਂ ਮਹਾਰਾਜ ਸਾਹਿਬ ਜੀ ਨੇ ਇਹ ਮਰਿਆਦਾ ਤੋਰੀ ਹੈ। ਪਾਤਸ਼ਾਹੀ 10ਵੀਂ ਲਾਵਾਂ ਦਾ ਮਹਾਤਮ। ਅਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਵਕਤ ਤਖ਼ਤ ਸਾਹਿਬ ਤੇ ਬਿਰਾਜਮਾਨ ਸਨ, ਸ੍ਰੀ ਅਨੰਦਪੁਰ ਸਾਹਿਬ ਧਰਮ ਵਿਜੇ ਮੁਕਤ ਸ਼ਾਸਤਰ ਵਿੱਚ ਲਿਖਿਆ ਹੋਇਆ ਗ੍ਰੰਥ 'ਚ ਉਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਹ ਜਿਹੜੀਆਂ ਗੁਪਤ ਰੂਹਾਂ ਨੇ ਕਿੰਨੀਆਂ ਕੁ ਨੇ, ਇਹਨਾਂ ਦੇ ਦਰਸ਼ਨ ਤਾਂ ਕਰਾਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ। ਇਹ ਜਦੋਂ ਤੋਕੋਚਾਰੀ ਉਸ ਵੇਲੇ ਗੁਪਤ ਰੂਹਾਂ ਦਿਸਣ ਲੱਗ ਗਈਆਂ। ਰਾਹਾਂ ਦੇ ਰਾਹ ਭਰੇ ਆਉਂਦੇ ਨੇ। ਸਤਿਗੁਰੂ ਮਹਾਰਾਜ ਸਾਹਿਬ ਨੇ ਗੁਪਤ ਰੂਹਾਂ ਨੂੰ ਪੁੱਛਿਆ, ਤੁਸੀਂ ਕਿੰਨੇ ਕਹੋ? ਕਹਿੰਦੇ, ਮਹਾਰਾਜ ਅਸੀਂ ਤਾਂ ਘਟ ਗਏ ਹਾਂ। ਹਜੂਰ ਨੇ ਪੁੱਛਿਆ, ਘਟ ਕਿਉਂ ਗਏ? ਕਹਿੰਦੇ, ਜਿਸ ਪੁਰਸ਼ ਇਸਤਰੀ ਦੀ ਸ਼ਾਦੀ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਦੀਆਂ ਲਾਵਾਂ ਦਾ ਪਾਠ ਹੋ ਜਾਂਦਾ, ਉਹ ਸਾਡੀ ਜੂਨ ਵਿੱਚ ਨਹੀਂ ਰਲਦਾ। ਮਹਾਰਾਜ ਜੀ
ਉਹ ਭਾਵੇਂ ਬੇਗਤ ਹੋ ਕੇ ਮਰੇ, ਅਸੀਂ ਇਉਂ ਕਰਦੇ ਹਾਂ ਜਦੋਂ ਵਿਆਹ ਵਾਸਤੇ ਕੜਾਹੀ ਚੜਾਉਂਦੇ ਭਾਵ ਕਰਦੇ ਹਨ, ਉਦੋਂ ਅਸੀਂ ਲਾੜੀ ਤੇ ਲਾੜੇ ਦੇ ਕੋਈ ਨਾ ਕੋਈ ਰੋਮ ਤੋੜ ਲੈਂਦੇ ਹਾਂ। ਇਸ ਤਰ੍ਹਾਂ ਜਦੋਂ ਉਹ ਗਲੀਚ ਹੋ ਕੇ ਮਰਨ, ਉਦੋਂ ਅਸੀਂ ਆਪਣੀ ਜੂਨ ਵਿੱਚ ਰਲਾ ਲੈਂਦੇ ਹਾਂ। ਪਰ ਸਤਿਗੁਰੂ ਰਾਮਦਾਸ ਸਾਹਿਬ ਦੀਆਂ ਲਾਵਾਂ ਜਿਸ ਵਿਆਹ ਤੇ ਪੜ੍ਹੀਆਂ ਜਾਂਦੀਆਂ ਨੇ ਤੇ ਸਤਿਗੁਰਾਂ ਦੀਆਂ ਪ੍ਰਕਰਮਿਆਂ ਕੀਤੀਆਂ ਜਾਣ, ਉਹਨਾਂ ਤੇ ਸਾਡਾ ਜ਼ੋਰ ਨਹੀਂ ਚੱਲਦਾ। ਪ੍ਰੇਤ ਜੂਨੀ ਸਾਡੀ ਇਉਂ ਘਟ ਗਈ ਹੈ। ਸੁਣ ਕੇ ਮਹਾਰਾਜ ਨੇ ਕਿਹਾ, ਸਿੱਖੋ ਨਿਤਨੇਮ ਬਣਾ ਲਓ, ਲਾਵਾਂ ਦਾ 5 ਬਾਣੀਆਂ ਦੇ ਨਾਲ ਹਮੇਸ਼ਾ ਪਾਠ ਕਰਿਆ ਕਰੋ। 10ਵੇਂ ਸਤਿਗੁਰੂ ਨੇ ਮਰਿਆਦਾ ਕਾਇਮ ਕੀਤੀ ਹੈ, ਕਰ ਕਾਜ ਚਲੇ ਸੋ ਆਨੰਦਨ ਕੇ। ਇਸ ਪ੍ਰਕਾਰ ਆਨੰਦ ਕਾਰਜ ਦੀ ਮਰਿਆਦਾ ਕਲਗੀਧਰ ਜੀ ਨੇ ਕਾਇਮ ਕੀਤੀ, ਪੱਕੀ ਬੰਨ੍ਹ ਦਿੱਤੀ। ਹੁਕਮ ਕੀਤਾ ਕਿ ਆਨੰਦ ਕਾਰਜ ਦੇ ਮੂਲ ਮੰਤਰ ਪੜ੍ਹ ਕੇ ਫਿਰ ਸਿੱਖਿਆ ਦੇ ਕੇ ਲਾਵਾਂ ਦਾ ਪਾਠ ਕਰਕੇ ਪ੍ਰਕਰਮਾਂ ਗੁਰਾਂ ਦੀਆਂ ਕਰਾ ਕੇ ਆਨੰਦ ਸਾਹਿਬ ਦਾ ਪਾਠ ਕਰਨਾ। 10ਵੀਂ ਪਾਤਸ਼ਾਹੀ ਇਸੇ ਪ੍ਰਕਾਰ ਮਿਸਤਰੀ ਸਿੰਘ ਦਾ ਭਾਈ ਘਦਾਰਾ ਸਿੰਘ ਜੀ ਦੀ ਲੜਕੀ ਦੇ ਆਨੰਦ ਨਾਲ ਕਾਰਜ ਕੀਤਾ, ਆਪ ਜੀ ਦੀ ਹਜ਼ੂਰੀ ਵਿੱਚ ਕੀਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਹ ਮਰਿਆਦਾ ਤੋਰੀ। ਇਸ ਪ੍ਰਕਾਰ ਇਹ ਮਰਿਆਦਾ, ਇਸ ਪ੍ਰਕਾਰ ਸਾਧ ਸੰਗਤ ਜੀ ਇਸ ਆਨੰਦ ਦੀ ਮਰਿਆਦਾ ਵਿੱਚ ਘੱਟ ਤੋਂ ਘੱਟ ਇਹ ਗੁਣ ਹੋਣੇ ਚਾਹੀਦੇ ਨੇ। ਪਹਿਲਾਂ ਦੋਵੇਂ ਧਰਮੀ ਹੋਣੇ ਚਾਹੀਦੇ ਨੇ। ਪਹਿਲੀ ਗੱਲ ਤਾਂ ਇਹ ਹੈ, ਜਿਵੇਂ ਕਿ ਸਿੰਘ ਤੇ ਬੀਬੀ ਦੋਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਖੰਡੇ ਦਾ ਅੰਮ੍ਰਿਤ ਛਕਿਆ ਹੋਵੇ। ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ, ਰਹਿਤ ਵਾਲੇ ਹੋਣੇ ਚਾਹੀਦੇ ਨੇ। ਦੋਹਾਂ ਦਾ ਸਰੂਪ ਇੱਕੋ ਜਿਹਾ ਹੋਣਾ ਚਾਹੀਦਾ, ਘਰ ਸਮਾਨ ਇੱਕੋ ਜਿਹੇ ਹੋਣੇ ਚਾਹੀਦੇ ਨੇ। ਵੱਧ ਘੱਟ ਹੋਵੇ ਤਾਂ ਫਰਕ ਪਿਆ ਰਹਿੰਦਾ ਹੈ ਅਤੇ ਇਉਂ ਲਾਮੇ ਆਉਂਦੇ ਰਹਿੰਦੇ ਹਨ। ਤੇ ਵਿਦਿਆ ਦੋਹਾਂ ਵਿੱਚ ਗੁਰਮਤਿ ਦੀ ਹੋਣੀ ਚਾਹੀਦੀ ਹੈ। ਘੱਟ ਤੋਂ ਘੱਟ ਮਹਾਰਾਜ ਜੀ ਦੇ ਪਾਠੀ, ਗੁਰੂ ਸਾਹਿਬ ਜੀ ਦੇ ਤੇ ਇਤਿਹਾਸ ਦੀ ਵਾਕਫੀਅਤ ਵਾਲੇ ਹੋਣੇ ਚਾਹੀਦੇ ਨੇ। ਹੋਰ ਵਿਦਿਆ ਆਪਣੇ ਰੁਜ਼ਗਾਰ ਵਾਸਤੇ ਭਾਵੇਂ ਕੋਈ ਕਿੰਨੀ ਪੜ੍ਹੇ, ਧਾਰਮਿਕ ਵਿਦਿਆ ਗੁਰੂ ਬਾਣੀ ਦੇ ਅੰਮ੍ਰਿਤ ਛਕ ਕੇ 5 ਬਾਣੀਆਂ ਦੇ ਨਿਜਮੀ ਰਾਤ ਨੂੰ ਰਹਿ ਰਾਸ ਤੇ ਸੋਹਲੇ ਦੇ ਇਹ ਨਿਯਮੀ ਹੋਣੇ ਚਾਹੀਦੇ ਨੇ। ਹੋਰ ਸੁਖਮਨੀ ਸਾਹਿਬ ਸਵਾਸ ਦਾ ਭਜਨ ਜਿੰਨਾ ਕੀਤਾ ਜਾਏ ਵੱਧ ਤੋਂ ਵੱਧ ਚੰਗਾ। ਇਸ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਗੁਣਾਂ ਦੇ ਸਹਿਤ ਹੋਣਾ ਚਾਹੀਦਾ। ਤੇ ਲੜਕੇ ਦੀ ਵੀ ਉਮਰ ਬਹੁਤ ਵੱਡੀ ਨਹੀਂ ਹੋਣੀ ਚਾਹੀਦੀ, ਲੜਕੀ ਦੀ ਉਮਰ ਬਾਹਲੀ ਛੋਟੀ ਨਹੀਂ ਹੋਣੀ ਚਾਹੀਦੀ। ਵੱਧ ਤੋਂ ਵੱਧ 4 ਸਾਲ ਦਾ ਫਰਕ ਭਾਵੇਂ ਹੋਵੇ ਅਤੇ ਇਦੋਂ ਵੱਧ ਨਹੀਂ ਹੋਣਾ ਚਾਹੀਦਾ। ਲੜਕੀ ਦੀ ਉਮਰ 2 ਸਾਲ ਛੋਟੀ ਹੋਣੀ ਚਾਹੀਦੀ ਹੈ, ਲੜਕੇ ਦੀ ਥੋੜ੍ਹੀ ਜਿਹੀ ਵੱਡੀ ਹੋਣੀ ਚਾਹੀਦੀ ਹੈ। ਅਤੇ ਇਹ ਚੀਜ਼ ਮਾਪਿਆਂ ਨੂੰ ਵੇਖਣ ਦੇ ਲਾਇਕ ਹੁੰਦੀ ਹੈ। ਭੁਜੰਗੀ ਤੇ ਭੁਜੰਗਣ ਨੂੰ ਸਿੱਖਿਆ। ਅਤੇ ਦੂਸਰੀ ਗੱਲ ਸਾਧ ਸੰਗਤ ਜੀ, ਉਹਨਾਂ ਦੀ ਲਿਆਕਤ ਸਰੂਪ ਇੱਕੋ ਜਿਹਾ ਹੋਣਾ ਚਾਹੀਦਾ। ਰਹਿਣੀ ਬਹਿਣੀ, ਸਿੱਖਿਆ, ਇਸ਼ਟ ਦੇਵ, ਉਪਾਸਨਾ, ਗੁਰੂ, ਨਿਯਮ, ਸੁਭਾਅ, ਕਰਮ, ਧਰਮ, ਨੇਮ, ਇਸ਼ਟ ਪੂਜਾ ਆਦਿ ਇੱਕੋ ਜਿਹੇ ਹੋਣੇ ਚਾਹੀਦੇ ਨੇ। ਖਾਣ ਪੀਣ ਪਹਿਨਣ ਇੱਕ ਹੋਣੇ ਚਾਹੀਦੇ ਨੇ, ਜਿਸ ਕਰਕੇ ਚੰਗੇ ਤਰੀਕੇ ਨਾਲ ਗ੍ਰਸਥ ਆਸ਼ਰਮ ਨਿਭ ਸਕੇ, ਲੋਕ ਪਰਲੋਕ ਸਵਾਰਿਆ ਜਾਵੇ, ਆਉਣ ਜਾਣ ਦਾ ਗੇੜਾ ਮਿਟ ਜਾਵੇ, ਸਦਾ ਸੁਤੰਤਰ ਹੋ ਜਾਣ। ਲੜਕਾ ਤੇ ਲੜਕੀ ਨੇ ਵਿਦਿਆ ਗੁਣ ਸ਼ੁਭ ਸਿੱਖਿਆ ਪ੍ਰਾਪਤ ਕਰਕੇ ਬ੍ਰਹਮਚਾਰੀ ਆਸ਼ਰਮ ਤੋਂ ਗ੍ਰਸਥ ਆਸ਼ਰਮ ਵਿੱਚ ਇਉਂ ਪ੍ਰਵੇਸ਼ ਹੋਣਾ। ਹੋਰ ਲੋਕਾਂ ਨੇ ਭਾਵੇਂ ਬਾਕੀ ਆਸ਼ਰਮਾਂ ਨੂੰ ਉੱਚਾ ਤੇ ਗ੍ਰਸਥ ਨੂੰ ਨੀਵਾਂ ਮੰਨਿਆ, ਪਰ ਗੁਰਮਤਿ ਵਿੱਚ ਹੋਰ ਆਸ਼ਰਮਾਂ ਨਾਲੋਂ ਗ੍ਰਸਥ ਆਸ਼ਰਮ ਨੂੰ ਵਿਸ਼ੇਸ਼ਤਾ ਦਿੱਤੀ ਗਈ। 12 ਸੋ ਮਹਾਰਾਜ ਨੇ 1421 ਅੰਗ ਤੇ ਜਿਵੇਂ ਬਖਸ਼ਿਸ਼ ਕਰਕੇ ਫਰਮਾਇਆ, ਇਸ ਪ੍ਰਕਾਰ ਜੋਗ ਨਾ ਭਗਵੀ ਕੱਪਣੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈ ਹੈ ਸਤਿਗੁਰੂ ਕਾ ਉਪਦੇਸ਼। ਜੈਸੇ ਵੇਲ ਨਾਲੋਂ ਖਰਬੂਜਾ ਤੋੜ ਕੇ ਪਕਾਈਏ ਤਾਂ ਗਲ ਜਾਂਦਾ ਤੇ ਕੌੜਾ ਹੋ ਜਾਂਦਾ, ਦਾਗੀ ਹੋ ਜਾਂਦਾ। ਜੇ ਵੇਲ ਨਾਲ ਖਰਬੂਜਾ ਪੱਕੇ ਤਾਂ ਦਾਗੀ ਨਹੀਂ ਹੁੰਦਾ, ਕੌੜਾ ਨਹੀਂ ਹੁੰਦਾ, ਮਿੱਠਾ ਹੁੰਦਾ। ਗ੍ਰਸਤ ਵੀ ਖਰਬੂਜੇ ਦੀ ਵੇਲ ਵਾਂਗੂ ਹੈ। ਜੇ ਬਾਹਰ ਜਾਵੇ ਤਾਂ ਗ੍ਰਹਿ ਤਜ ਬਨ ਖੰਡ ਜਾਈਆ, ਚੁਨ ਖਾਈਆ ਕਹਿੰਦਾ, ਅਜੋਂ ਬੇਕਾਰ ਨਾ ਛੋੜੇ ਪਾਪੀ ਮਨ ਮੰਦਾ। ਇਸ ਕਰਕੇ ਜੀਵਨ ਕਲੰਕੀ, ਦਾਗੀ ਤੇ ਕੌੜਾ ਹੋ ਜਾਂਦਾ। ਗੁਰਮਤਿ ਅਨੁਸਾਰ 1103 ਅੰਗ ਤੇ ਮਹਾਰਾਜ ਜਿਵੇਂ ਫਰਮਾਉਂਦੇ ਨੇ, ਜਿਹੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਾਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। 10 ਰੂਪ ਧਾਰ ਕੇ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਏ। ਹੋਰ ਜਿਵੇਂ ਭਾਈ ਸਾਹਿਬ ਦੇ ਕਵਿਤ ਸਵਈਆਂ 'ਚ ਲਿਖਿਆ ਭਾਈ ਗੁਰਦਾਸ ਜੀ ਨੇ, ਜੈਸੇ ਸਰ ਸਰਤ ਸਕਲ ਮੈਂ ਸਮੁੰਦਰ ਬੜੋ, ਮੇਰ ਮੈਂ ਸੁਮੇਰ ਬੜ ਜਗਤ ਬਖਾਨ ਹੈ। ਤਰਵਰ ਬਿਖੈ ਜੈਸੇ ਚੰਦਨ ਬਿਰਖ ਬੜੋ, ਧਾਤ ਮੈਂ ਕਨਕ ਅਤ ਉਤਮ ਕੈ ਮਾਨ ਹੈ। ਪੰਛੀਅਨ ਮੈਂ ਹੰਸ, ਮ੍ਰਿਗ ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਸੋ ਇਸ ਪ੍ਰਕਾਰ ਕਵਿਤ ਸਵਈਏ ਭਾਈ ਗੁਰਦਾਸ ਜੀ ਨੇ 376 121 ਚ ਲਿਖਿਆ, ਤੁਸ ਮੈਂ ਤੰਦਲ ਬੋਏ ਨਿਪਜੈ ਸਹੰਸਰ ਗੁਨੋ, ਦੇਹ ਧਾਰ ਕਰਤ ਹੈ ਪਰ ਉਪਕਾਰ ਜੀ। ਤੁਸ ਮੈਂ ਤੰਦਲ ਨਿਰਵਿਘਨ ਲਾਗੈ ਨਾ ਘੁਨ, ਰਾਖੇ ਰਹਿ ਚਿਰੰਕਾਲ ਹੋਤ ਨਾ ਵਿਕਾਰ ਜੀ। ਤੁਸ ਮੈਂ ਨਿਕਸ ਹੋਏ ਭਗਨ ਮਲੀਨ ਰੂਪ, ਸਵਾਦ ਕਰਵਾਏ
ਰਾਧੇ ਰਹਿ ਨ ਸੰਸਾਰ ਜੀ। ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਬੈਰਾਗੀ, ਗ੍ਰਹਿ ਤਜ ਬਨ ਖੰਡ ਹੋਤ ਨਾ ਉਧਾਰ ਜੀ। ਸਤਿਗੁਰਾਂ ਨੇ ਆਪ ਘਰ-ਬਾਰ ਪਰਿਵਾਰ ਵਿੱਚ ਰਹਿ ਕੇ ਸਾਨੂੰ ਸਿੱਖਿਆ ਦਿੱਤੀ ਹੈ। ਕਰਮ, ਗੁਰਸਿੱਖ ਨੂੰ ਕਰਮ ਧਰਮ ਨੇਮ ਵਰਤ ਪੂਜਾ ਕਿਹੜੇ ਕਰਨੇ ਚਾਹੀਦੇ? ਗੁਰਸਿੱਖ ਕਰਮ ਗੁਰਮੁਖ ਨਾਮਦਾਨ ਇਸ਼ਨਾਨ ਹੈ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਇਹ ਸ਼ਬਦ ਇਸ਼ਨਾਨ ਦਾ ਵੇਲੇ ਦਾ ਹੈ। ਇਸ਼ਨਾਨ ਵੇਲੇ ਇਹ ਸ਼ਬਦ ਪੜ੍ਹਨਾ ਹੈ ਅੰਮ੍ਰਿਤ ਵੇਲੇ ਉੱਠ ਕੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਮੈਨੇ ਉੜਦਿਆਂ ਨਾਮ ਧਿਆਵੈ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗਾ ਤਿਸ ਗੁਰਸਿੱਖੀ, ਜੋ ਆਪ ਜਪੈ ਵਰਹਿ ਨਾਮ ਜਪਾਵੈ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਬੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰੰਦਾ। ਸਾਧ ਸੰਗਤ ਵਿੱਚ ਜਾ ਕੇ ਗੁਰ ਬਾਣੀ ਦੇ ਪ੍ਰੀਤ ਸੁਣੰਦਾ, ਸ਼ੰਕਾ ਮਨੋਂ ਮਿਟਾਇ ਕੇ ਗੁਰਸਿੱਖਾਂ ਦੀ ਸੇਵ ਕਰੰਦਾ। ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ, ਚੇਲਾ ਗੁਰ ਸੰਦਾ। ਗੁਰਮੁਖ ਗਾਡੀ ਰਾਹੋ ਚਲੰਦਾ। ਗੁਰਮੁਖ ਨਾਮਦਾਨ ਇਸ਼ਨਾਨ, ਨਾਮਦਾਨ ਇਸ਼ਨਾਨ ਬਿਨ ਅੰਨ ਸਿਉ ਕਰੇ ਨਾ ਨੇਹੋ। ਰਹਿਤਨਾਮਾ ਇਹ ਵੀ ਨਿਤ ਕਰਮ ਹੈ, ਹਮੇਸ਼ਾ ਇਸ਼ਨਾਨ ਕਰਨਾ। ਨਾਨਕ ਜੇ ਸਿਰ ਖੁੱਥੇ ਨਹਾਵਣ, ਨਾਹੀ ਤਾਂ ਸੱਤ ਚੱਟੇ ਸਿਰ ਛਾਈ। ਕਿਹਾ ਹੈ ਆਪਨੇ ਬਚਨ ਗੁਰੂ ਨਾਨਕ ਸਾਹਿਬ ਨੇ, ਨਾਮ ਜਪੇ ਤੋਂ ਬਿਨਾ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਮਿਰਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਰਸਨਾ ਜਪੈ ਨ ਨਾਮ ਤਿਲ ਤਿਲ ਕਰ ਕਟਿਐ, ਅਥਵਾ ਬਿਨ ਸਿਮਰਨ ਐਸੇ ਸਵਾਸ ਸਹਿਤ ਹੈ। ਜੈਸੇ ਪਾਸਰਾ ਫੂਕ ਬਹਿਤ ਹੈ। ਦਾਨ ਵਿੱਤ ਅਨੁਸਾਰ ਕਰਨਾ, ਜਿਸ ਖੂਹ ਵਿੱਚੋਂ ਪਾਣੀ ਨਾ ਕੱਢੀਏ ਉਹ ਪਾਣੀ ਗੰਦਾ ਹੋ ਜਾਂਦਾ ਹੈ। ਜੋ ਬਾਬੇ ਕੇ ਦਾਮ ਨਾ ਦਹਿ ਹੈ, ਤਾਂ ਤੇ ਗਹਿ ਬਾਬਰ ਕੇ ਲਹਿ। ਗ੍ਰਸਤੀ ਨੂੰ ਹੁਕਮ ਹੈ ਕਿ ਸ਼੍ਰੀ ਮੁਖਵਾਕ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਇਹ ਮਹਾਰਾਜ ਨੇ 952 ਅੰਗ ਤੇ ਬਚਨ ਕੀਤਾ। ਧਰਮ, ਹਿੰਦੂ ਮੁਸਲਮਾਨ ਤੇ ਈਸਾਈਆਂ ਦੇ ਧਰਮ ਵੱਖੋ ਵੱਖਰੇ ਨੇ। ਜੰਝੂ ਤਿਲਕ ਬੋਦੀਆਂ ਆਦਿ, ਸੋਨ ਚਿੜੀਆਂ ਉਡਾਉਣੀਆਂ, ਸੁੰਨਤ ਕਰਨੀ, ਨਕਟਾਹੀ ਪਾਉਣੀ ਆਦਿ, ਈਸਾ ਤੇ ਯਕੀਨ ਕਰਾਉਣਾ। ਗੁਰਮਤ ਦਾ ਧਰਮ, ਅੰਮ੍ਰਿਤਪਾਨ ਕਰਨਾ, ਪੰਜਾਂ ਕਕਾਰਾਂ ਦੀ ਰਹਿਤ ਰੱਖਣੀ, ਚਾਰ ਕੁਰੇਤਾਂ ਤੋਂ ਬਚ ਕੇ ਰਹਿਣਾ। ਕੇਸ, ਮੁਹੰਮਦ ਸਾਹਿਬ ਨੇ ਦੇ ਕੇਸ ਸੁੱਤੇ ਪਏ ਨੇ, ਦੋ ਇੱਕ ਵਾਰ ਸੜ ਗਏ ਸਨ ਤਾਂ ਉਹਨਾਂ ਨੇ ਉੱਠ ਕੇ ਬਹੁਤ ਅਫਸੋਸ ਕੀਤਾ, ਹੇ ਖੁਦਾ ਮੇਰੇ ਕੇਸ ਨਾ ਸੜਦੇ, ਮੈਂ ਬੇਸ਼ੱਕ ਮਰ ਜਾਂਦਾ। ਤੇ ਅੱਜ ਕੱਲ੍ਹ ਕਿਸ ਤਰ੍ਹਾਂ ਪੈਸੇ ਦੇ ਕੇ ਸਾਰੇ ਕੇਸ ਕਟਾਈ ਜਾ ਰਹੇ ਨੇ। ਕੰਘਾ, ਬੁੱਧੂ ਸ਼ਾਹ ਪੀਰ ਨੂੰ 10ਵੇਂ ਪਾਤਸ਼ਾਹ ਨੇ ਕੰਘਾ ਬਖਸ਼ਿਆ, ਚੰਗੀ ਚੀਜ਼ ਜਾਣ ਕੇ ਬਖਸ਼ਿਸ਼ ਕੀਤੀ ਸੀ। ਨਾਲੇ ਇੰਨੇ ਉਹਨਾਂ ਦੇ ਸਪੁੱਤਰ ਜਿਹੜੇ ਸਨ ਚੜ੍ਹਾਈ ਕਰਕੇ ਜੰਗ ਵਿੱਚ 700 ਮਰੀਦ ਲੈ ਕੇ ਆਏ ਸੀ। ਕਿੱਡੀ ਵੱਡੀ ਬਖਸ਼ਿਸ਼, ਕੰਘਾ ਬਖਸ਼ਿਸ਼ ਕੀਤਾ ਕੇਸਾਂ ਸਮੇਤ। ਅੱਜ ਵੀ ਉਹਨਾਂ ਦੀ ਕੋਲੋਂ ਕੰਘਾ। ਸੋ ਦਾਸ ਨੇ ਦਰਸ਼ਨ ਕੀਤੇ ਸੀ ਬਾਹਰ ਲਾਸ ਐਂਜਲਸ ਦੇ ਵਿੱਚ, ਉੱਥੇ ਉਹਨਾਂ ਦਾ ਪਰਿਵਾਰ ਉਹ ਕੰਘਾ ਕੇਸਾਂ ਸਮੇਤ ਲੈ ਕੇ ਜਿਵੇਂ ਆਇਆ ਸੀ। ਕੜਾ, ਸ਼ਿਵ ਜੀ ਉਪਾਸਨਾ ਕਰਨ ਤੋਂ ਭਸਮਾਸੁਰ ਦੈਂਤ ਨੇ ਕੜਾ ਹੀ ਮੰਗਿਆ ਸੀ। ਸ਼ਿਵ ਜੀ ਨੇ ਖੁਸ਼ ਹੋ ਕੇ ਕੜਾ ਦਿੱਤਾ ਸੀ। ਤੋ ਇਸ ਪ੍ਰਕਾਰ ਇਹ ਪੁਰਾਣੀਆਂ ਉਦਾਹਰਨਾਂ ਵੀ ਨਾਲ ਦੇਈਦੀਆਂ ਨੇ। ਕਈ ਜਿਹੜੇ ਬੰਦਿਆਂ ਨੂੰ ਬਾਹਲਾ ਨਹੀਂ ਪਤਾ ਹੁੰਦਾ, ਉਹ ਵਿਚਾਰੇ ਇਹਨਾਂ ਗੱਲਾਂ ਤੇ ਰੌਲਾ ਪਾ ਕੇ ਬਹਿ ਜਾਂਦੇ ਨੇ। ਕਸ਼ਹਿਰਾ, ਹਨੂਮਾਨ ਨੇ ਸੀਤਾ ਜੀ ਦੀ ਖਬਰ ਲਿਆਂਦੀ ਤੇ ਜੰਗ ਵਿੱਚ ਬੇਅੰਤੀ ਕੰਮ ਕੀਤਾ, ਸੰਜੀਵਨੀ ਬੂਟੀ ਲਿਆਂਦੀ, ਪਰ ਸਰਬੰਸਦਾਨ ਵੇਲੇ ਕਸ਼ਹਿਰਾ ਹੀ ਹਨੂਮਾਨ ਨੂੰ ਸ੍ਰੀ ਰਾਮਚੰਦਰ ਨੇ ਦਿੱਤਾ। ਭਾਵੇਂ ਰਾਜ ਪ੍ਰਾਪਤ ਕਰ ਸਕਦਾ ਸੀ, ਲੈ ਸਭ ਕੁਝ ਸਕਦੇ ਸਨ ਉਹ। ਜਿਸ ਦਾ ਲੋਕ ਪਰਲੋਕ 'ਚ ਪੜਦਾ ਰਹਿ ਗਿਆ, ਉਹਦਾ ਸਭ ਕੁਝ ਕਾਰਜ ਰਾਸ ਹੋ ਗਿਆ। ਰਾਮਚੰਦਰ ਜੀ ਨੇ ਇਸ਼ਨਾਨ ਕਰਦਿਆਂ ਕਿਹਾ ਸੀ, ਹੁਣ ਤਾਂ ਸਾਡੇ ਕੋਲ ਇਹੀ ਸਰਬੰਸ ਹੈ। ਮੇਰਾ ਕਹਿਣ ਦਾ ਭਾਵ ਹੈ ਕਿ ਕਸ਼ਹਿਰਾ ਕਿਤੇ ਅੱਜ ਦਾ ਨਹੀਂ, ਪੁਰਾਤਨ ਸਮੇਂ ਤੋਂ ਲੈ ਕੇ ਹੀ ਇਹ ਸਾਰਾ ਕੁਝ ਚੱਲਿਆ ਆ ਰਿਹਾ। ਸਤਿਗੁਰੂ ਨੇ ਸਾਰਾ ਕੁਝ ਇੱਕ ਥਾਂ ਤੇ ਉੱਤੇ ਕਰਤਾ। ਪੰਜੇ ਕਕਾਰ ਖਾਲਸੇ ਨੂੰ ਬਖਸ਼ਿਸ਼ ਕੀਤੇ ਨੇ। ਕਹਿਣ ਤੋਂ ਭਾਵ ਕਿ ਅੰਮ੍ਰਿਤ ਕੋਈ ਵੀ ਛਕ ਸਕਦਾ, ਗੁਰੂ ਵਾਲਾ ਕੋਈ ਵੀ ਬਣ ਸਕਦਾ, ਸਾਰਿਆਂ ਨੂੰ ਇਜਾਜ਼ਤ ਹੈ। ਕਿਰਪਾਨ, ਸੂਲੀ ਚੜ੍ਹਨ ਵੇਲੇ ਈਸਾ ਜੀ ਨੇ ਆਪਣੇ ਮਰੀਦਾਂ ਨੂੰ ਕਿਹਾ ਸੀ, ਆਪ ਦੇ ਬਦਨ ਦੇ ਕੱਪੜੇ ਵੇਚ ਕੇ ਵੀ ਕਿਰਪਾਨ ਖਰੀਦ ਕੇ ਆਪ ਦੇ ਕੋਲ ਰੱਖਣੀ ਹੈ ਹਮੇਸ਼ਾ। ਇਹ ਈਸਾ ਜੀ ਦਾ ਹੁਕਮ ਹੈ ਆਪਣੇ ਚੇਲਿਆਂ ਨੂੰ, ਮਹਾਰਾਜ ਦਾ ਹੁਕਮ ਵੀ ਹੈ। ਸ਼ਸਤਰਹੀਣ ਕਬੂ ਨਾ ਹੋਈ, ਰਹਿਤਵਾਨ ਸਿੰਘ ਹੈ ਸੋਈ। ਸਿੱਖੀ ਨਿਸ਼ਾਨੇ 5 ਹਰਫ ਅਸਤਕਾਫ, ਹਰ ਗੇ ਨਾ ਬਾਸ਼ਦ ਅਜ਼ੀ 5 ਮੁਆਫ। ਕੜਾ ਕਾਰ ਦੋ ਕੱਛ, ਕੰਘੇ ਬਿਦਾਂ ਬਿਲਾ ਕੇਸ, ਹੇਚ ਅਸਤ ਜੁਮਲੇ ਨਿਸ਼ਾਨ। ਸਿੱਖੀ ਧਰਮ ਦੇ ਨਿਸ਼ਾਨ 5 ਕਕਾਰ ਜਿਹੜੇ ਨੇ, ਕੜਾ, ਕਿਰਪਾਨ, ਕਸ਼ਹਿਰਾ, ਕੰਘਾ ਤੇ ਕੇਸ ਨੇ। ਨੇਮ, ਕੋਈ ਗੰਗਾ ਜਾ ਕੇ ਜੁੱਤੀ ਪਾਉਣੀ ਛੱਡ ਦਿੰਦਾ, ਕੋਈ ਫਲ ਖਾਣਾ ਛੱਡ ਦਿੰਦਾ, ਕੋਈ ਬਸਤਰ ਪਾਉਣਾ ਛੱਡ ਦਿੰਦਾ, ਕੋਈ ਸੌਣਾ ਛੱਡ ਦਿੰਦਾ। ਪਰ ਗੁਰੂ ਕਾ ਸਿੱਖ ਕੀ ਕਰਦਾ? ਗੁਰਮਤ ਨੇਮ ਵਿੱਚ ਵਿਕਾਰਾਂ ਦਾ ਤਿਆਗਨ ਕਰੇ। ਨੇਮ ਕਰੇ ਬਾਣੀ ਪੜ੍ਹਨ ਦਾ, ਨੇਮ ਕਰੇ ਅੰਮ੍ਰਿਤ ਵੇਲੇ ਉੱਠਣ ਦਾ, ਨੇਮ ਕਰੇ ਨਾਮਦਾਨ ਇਸ਼ਨਾਨ ਦਾ, ਜਤ ਸਤ 'ਚ ਪੱਕੇ ਰਹਿਣ ਦਾ।
ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੰਗ ਇੱਕ ਮਹਾਰਾਜ ਨੇ 1018 ਤੇ ਬਚਨ ਕੀਤਾ। ਜਿਹੜਾ ਇਹ ਸ਼ਬਦ ਜਦੋਂ 6ਵੇਂ ਪਾਤਸ਼ਾਹ ਦੀ ਕਥਾ ਆ ਰਹੀ ਸੀ, ਬਚਨ ਆਇਆ ਜਦੋਂ 6ਵੇਂ ਪਾਤਸ਼ਾਹ ਨੇ ਸੱਚਖੰਡ ਜਾਣ ਦੀ ਤਿਆਰੀ ਕੀਤੀ, ਉਦੋਂ ਇੱਕ ਰਾਤ ਦੀਵਾਨ ਲਾਇਆ ਸੀ। ਪਹਿਲਾਂ ਇਹ ਸ਼ਬਦ ਉਦੋਂ ਪੜ੍ਹਿਆ ਸੀ ਮਹਾਰਾਜ 6ਵੇਂ ਪਾਤਸ਼ਾਹ ਨੇ। ਹੈ ਤਾਂ ਸ਼ਬਦ ਇਹ ਮਹਾਰਾਜ 5ਵੇਂ ਪਾਤਸ਼ਾਹ ਦਾ, ਪਰ ਸਤਿਗੁਰੂ ਨੇ ਬਚਨ ਕੀਤਾ ਸੀ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਅੰਤਰ ਚਾਂਦਨਾ, ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ, ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ, ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ, ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਨਾ, ਲਾਗਨਾ ਲਾਗਨ ਨੀਕਾ ਗੁਰ ਚਰਨੀ ਮਨ ਲਾਗਨਾ, ਇਹ ਬਿਦ ਤਿਸੈ ਪ੍ਰਾਪਤੇ ਜਾ ਕੇ ਮਸਤਕ ਭਾਗਨਾ, ਕਹੋ ਨਾਨਕ ਤਿਸ ਸਭ ਕੇ ਨੀਕਾ ਜੋ ਪ੍ਰਭ ਕੀ ਸਰਨਾਗਨਾ। ਸੋ ਮੰਗਣਾ ਸਭ ਤੋਂ ਚੰਗਾ ਹਰ ਜਸ ਗੁਰ ਤੇ ਮੰਗਣਾ ਹੀ ਹੈ। ਵਰਤ ਰੱਖਣੇ, ਕੋਈ ਵਰਤ ਰੱਖਦੇ ਨੇ ਪਹਿਲਾਂ ਭੁੱਖੇ ਰਹਿਣ ਦਾ, ਫਿਰ ਬਹੁਤਾ ਖਾ ਕੇ ਔਖੇ ਹੋਣਾ। ਜਿਵੇਂ ਇਕਾਦਸ਼ੀ ਦੀ ਭੁੱਖ ਦੁਆਸੀ ਵਿੱਚ ਕੱਢਦੇ ਨੇ, ਕਈ ਪੁੰਨਿਆਂ ਦਾ ਵਰਤ ਰੱਖਦੇ, ਕੋਈ ਸੰਗਰਾਂਦ ਦਾ ਮੰਗਲਵਾਰ ਆਦਿਕ ਦਾ ਵਰਤ ਰੱਖਦੇ ਨੇ, ਕਈ 52 ਦੁਆਸੀ ਰਾਮ ਨੌਮੀ ਕ੍ਰਿਸ਼ਨ ਅਸ਼ਟਮੀ ਦਾ। ਇਹ ਗੁਰਸਿੱਖਾਂ ਲਈ ਯੋਗ ਨਹੀਂ ਹੈ। ਆਪੋ ਆਪਣੇ ਧਰਮ 'ਚ ਕੋਈ ਰੱਖੇ ਨਾ ਰੱਖੇ ਉਹ ਅਲੱਗ ਬਾਤ ਹੈ, ਪਰ ਗੁਰਸਿੱਖਾਂ ਨੂੰ ਹੁਕਮ ਨਹੀਂ ਹੈ। ਫਿਰ ਜੇ ਗੁਰੂ ਦਾ ਹੁਕਮ ਮੰਨਣਾ, ਫਿਰ ਉਸੇ ਧਾਰਨਾ ਵਿੱਚ ਚੱਲਣਾ ਚਾਹੀਦਾ। ਜਿਹੜਾ ਗੁਰੂ ਧਾਰ ਲਈ ਉਹਦੇ ਬਚਨ ਕਮਾਉਣੇ ਚਾਹੀਦੇ। ਸ੍ਰੀ ਮੁਖ ਵਾਕ ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ। ਅੰਗ 1136 ਤੇ ਮਹਾਰਾਜ ਨੇ ਬਚਨ ਕੀਤੇ, ਭਰਮ ਭੂਲੇ ਨਰ ਕਰਤ ਕਚਰਾਇਣ। ਸੋ ਗੁਰਮਤਿ ਦਾ ਵਰਤ ਹੈ ਕਿ ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। 10ਵੇਂ ਪਾਤਸ਼ਾਹ ਕਹਿੰਦੇ, ਅਲਪਹਾਰ ਸੁਲਭ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ। ਥੋੜਾ ਸਵਣਾ ਥੋੜਾ, ਭਾਈ ਇਹ ਗੁਰਦਾਸ ਜੀ ਦਾ ਬਚਨ ਹੈ, ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤਿ ਪਾਏ। ਇਸ ਪ੍ਰਕਾਰ ਸਾਧ ਸੰਗਤ ਜੀ ਸਿੱਖਾਂ ਦੇ ਅੰਦਰ ਇਹ ਨਿਯਮ ਹੋਣੇ ਚਾਹੀਦੇ ਨੇ। ਪੁਰਸ਼ ਵਰਤ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਭਾਈ ਸੰਤ ਰਾਮ ਨਾਮ ਦਾ ਇੱਕ ਸਿੱਖ ਸੀ। 5ਵੇਂ ਪਾਤਸ਼ਾਹ ਦੀ ਆਗਿਆ ਪਾ ਕੇ ਚੰਗਾ ਗੁਰਮੁਖ ਪ੍ਰੇਮੀ ਸੀ, ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਅਤੇ ਬੜਾ ਹੀ ਪ੍ਰੇਮੀ ਸੀ, ਨੌਕਰੀ ਕਰਦਾ ਸੀ। ਜਹਾਂਗੀਰ ਬਾਦਸ਼ਾਹ ਦਾ ਉਹ ਡਿਉੜੀਦਾਰ ਸੀ। ਇੱਕ ਵਾਰੀ ਦੀ ਗੱਲ ਹੈ, ਜਦੋਂ ਬਾਦਸ਼ਾਹ ਲਾਹੌਰ ਆਇਆ ਹੋਇਆ ਸੀ ਤਾਂ ਉਸ ਭਾਈ ਸੰਤ ਰਾਮ ਨੂੰ ਪਹਿਰਾ ਦਿੰਦੇ ਹੋਏ ਦਿੱਲੀ ਦੇ ਬਾਦਸ਼ਾਹ ਜਹਾਂਗੀਰ ਦੀ ਸਹਿਜਾਦੀ ਨੇ ਤੱਕ ਕੇ ਆਪਣੀ ਮਾਂ ਬੇਗਮ ਨੂੰ ਕਿਹਾ ਕਿ ਮੈਂ ਉਸ ਸਿੱਖ ਨਾਲ ਸ਼ਾਦੀ ਕਰਾਉਣੀ ਹੈ। ਬੇਗਮ ਨੇ ਕਿਹਾ ਕਿ ਬੇਟੀ ਹੱਠ ਨਾ ਕਰ, ਤੈਨੂੰ ਹੋਰ ਕਿਸੇ ਸੂਬੇ ਨਾਲ ਇਲਾਕੇ ਵਾਲੇ ਦੇ ਨਾਲ ਵਿਆਹ ਦੇਾਂਗੇ। ਕਹਿੰਦੀ ਨਹੀਂ, ਮੈਂ ਤਾਂ ਇਸੇ ਨਾਲ ਹੀ ਸ਼ਾਦੀ ਕਰਾਉਣੀ। ਜਹਾਂਗੀਰ ਦੇ ਕੋਲ ਬੇਗਮ ਨੇ ਦੱਸਿਆ। ਬਾਦਸ਼ਾਹ ਨੇ ਕਿਹਾ, ਅੱਛਾ ਆਪਾਂ ਇਹ ਸਿੱਖ ਨੂੰ ਮੁਸਲਮਾਨ ਬਣਾ ਲਵਾਂਗੇ ਤੇ ਇਸ ਨੂੰ ਕਿਸੇ ਇਲਾਕੇ ਦਾ ਸੂਬਾ ਬਣਾ ਦੇਵਾਂਗੇ, ਇਸ ਦੇ ਨਾਲ ਲੜਕੀ ਦਾ ਨਿਕਾਹ ਕਰ ਦਈਏ। ਉਸ ਬੇਗਮ ਦੀ ਟਹਿਲਣ ਨੇ ਆ ਕੇ ਆਪਣੇ ਪਤੀ ਨੂੰ ਦੱਸਿਆ। ਉਹ ਮੁਸਲਮਾਨ ਸਿਪਾਹੀ ਉਹ ਸਿੱਖ ਸੰਤ ਰਾਮ ਦੇ ਨਾਲ ਦੂਜਾ ਡਿਉੜੀਦਾਰ ਸੀ, ਉਹਨੇ ਦੱਸਿਆ, ਸਿੱਖਾ ਤੈਨੂੰ ਵਧਾਈਆਂ, ਜਿਹੜੇ ਸਤਿਕਾਰ ਨੂੰ ਬੜੇ ਬੜੇ ਸੂਬੇ ਚਾਹੁੰਦੇ ਨੇ ਉਹਨਾਂ ਨੂੰ ਨਹੀਂ ਮਿਲਦਾ, ਤੈਨੂੰ ਪ੍ਰਾਪਤ ਹੋਇਆ। ਕੱਲ ਨੂੰ ਤੇਰਾ ਸਹਿਜਾਦੀ ਨਾਲ ਨਿਕਾਹ ਹੋ ਜਾਣਾ। ਇਹ ਸੁਣ ਕੇ ਸੰਤ ਰਾਮ ਕਹਿੰਦਾ ਕਿ ਮੈਨੂੰ ਤਾਂ ਸਤਿਗੁਰੂ ਅਰਜਨ ਦੇਵ ਸਾਹਿਬ ਨੇ ਧਰਮ ਦਿੱਤਾ ਕਿ ਮੈਂ ਸਿੱਖੀ ਦਾ ਧਰਮ ਕਦੇ ਨਹੀਂ ਛੱਡ ਸਕਦਾ। ਕਹਿੰਦਾ ਆ ਫੜ ਰਫਲ ਫੜਾ ਕੇ ਜਿਉਂ ਨੱਠਾ ਹੌਲੀ ਹੌਲੀ ਦਿਨੇ ਟਿਕ ਰਿਹਾ ਕਰੇ, ਰਾਤ ਨੂੰ ਨੱਠ ਪਿਆ ਕਰੇ, ਪਿਸ਼ੌਰ ਵਿੱਚ ਜਾ ਰਿਹਾ। ਉਧਰ ਬਾਦਸ਼ਾਹ ਨੇ ਹੁਲੀਆ ਭੇਜ ਦਿੱਤਾ, ਜੇ ਸਿੱਖ ਮੇਰੀ ਲੜਕੀ ਦੀ ਸ਼ਾਦੀ ਪ੍ਰਵਾਨ ਕਰੇ ਤਾਂ ਉਹਨੂੰ ਪਾਲਕੀ ਚੜਾ ਕੇ ਇੱਥੇ ਲਾਹੌਰ ਵਿੱਚ ਲਿਆਓ, ਜੇ ਨਾ ਮੰਨੇ ਤਾਂ ਸਿੱਖ ਦਾ ਸਿਰ ਕੱਟ ਕੇ ਕਤਲ ਕਰਕੇ ਮੇਰੇ ਪਾਸ ਪਹੁੰਚਾਓ। ਇਹ ਹੁਕਮ ਤੇ ਉਹ ਸਿੱਖ ਦਾ ਹੁਲੀਆ ਪਿਸ਼ੌਰ ਵਿੱਚ ਗਿਆ। ਪਿਸ਼ੌਰ ਦੇ ਗੁਰਦੁਆਰੇ ਵਿੱਚ ਵੜਦੇ ਸਿੱਖ ਨੂੰ ਸਿਆਣ ਕੇ ਸਿਪਾਹੀਆਂ ਨੇ ਪਕੜ ਲਿਆ। ਪਿਸ਼ੌਰ ਦੇ ਸੂਬੇ ਨੇ ਕਿਹਾ, ਓਏ ਜਿਹੜੀ ਗੱਲ ਮੇਰੇ ਨਸੀਬ 'ਚ ਨਹੀਂ, ਉਹ ਤੈਨੂੰ ਬਾਦਸ਼ਾਹ ਲੜਕੀ ਮਿਲਣ ਲੱਗੀ, ਸਿੱਖਾ ਤੇ ਧੰਨ ਭਾਗ ਆਪਣੇ ਸਮਝ। ਉਹ ਕਹਿੰਦਾ, ਮੈਂ ਗੁਰੂ ਸਾਹਿਬ ਜੀ ਦਾ ਧਰਮ ਨਹੀਂ ਛੱਡਣਾ, ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖੀ ਕਮਾਉਣੀ ਆ, ਮੈਂ ਬਿਲਕੁਲ ਨਹੀਂ ਇਸ ਤਰ੍ਹਾਂ ਕਿਸੇ ਮੁਸਲਮਾਨ ਨਾਲ ਸ਼ਾਦੀ ਨਹੀਂ ਕਰਨੀ। ਇਹ ਸੁਣ ਕੇ ਸੂਬੇ ਨੇ ਕਿਹਾ, ਤੈਨੂੰ ਫਿਰ ਦੂਜਾ ਹੁਕਮ ਕਤਲ ਕਰਨ ਦਾ। ਕਹਿੰਦਾ, ਕਤਲ ਬੇਸ਼ੱਕ ਕਰ ਦਿਓ। ਉਸ ਵੇਲੇ ਭਾਈ ਸਾਹਿਬ ਨੂੰ ਦਰਿਆ ਤੇ ਲਿਆ ਕੇ ਕਤਲ ਕਰਨ ਲੱਗੇ। ਉਸਨੇ ਇਸ਼ਨਾਨ ਕਰ ਲਿਆ, ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਗਰਦਨ ਝੁਕਾ ਦਿੱਤੀ। ਉਸ ਦੀ ਗਰਦਨ ਕੱਟੀ ਗਈ, ਉਹਦਾ ਸਰੀਰ ਦਰਿਆ 'ਚ ਰੋੜ ਦਿੱਤਾ ਗਿਆ। ਉਹਦੇ ਸਿਰ ਨੂੰ ਲਾਹੌਰ ਭੇਜਿਆ ਗਿਆ। ਜਦੋਂ ਲਾਹੌਰ ਆਇਆ, ਸਿਰ ਬਾਦਸ਼ਾਹ ਦੇ ਪੇਸ਼ ਕੀਤਾ ਗਿਆ। ਬਾਦਸ਼ਾਹ ਨੇ ਉਸ ਵੇਲੇ ਆਪਣੀ ਸ਼ਹਿਜ਼ਾਦੀ ਦੇ ਮਹਿਲਾਂ 'ਚ ਲੈ ਜਾ ਕੇ ਉਹ ਥਾਲ ਵਿੱਚ ਰੱਖਿਆ। ਸ਼ਹਿਜ਼ਾਦੀ ਨੂੰ ਕਹਿੰਦਾ, ਲੈ ਸਿੱਖ ਇਹੋ ਜਿਹੇ ਹੁੰਦੇ ਨੇ, ਉਹ ਆਪਣਾ ਸਿੱਖੀ ਧਰਮ ਛੱਡ ਕੇ ਮੁਸਲਮਾਨੀ ਨਾਲ ਨਿਕਾਹ ਮੰਨਦੇ ਹੀ ਨਹੀਂ, ਵੇਖ ਐਡੇ ਉਹ ਕਾਫਰ ਹੁੰਦੇ ਨੇ। ਲੜਕੀ ਉਸ ਵਕਤ ਹੱਥ ਪਾਉਣ ਲੱਗੀ, ਉਹ ਸਿਰ ਨੂੰ 10ਵੇਂ ਪਾਤਸ਼ਾਹ ਨੇ ਚਰਿਤਰਾਂ 'ਚ ਬਚਨ ਲਿਖਿਆ। ਜਿਹੜਾ ਕਹਿੰਦਾ ਚਰਿੱਤਰ ਲਿਖੇ ਮਹਾਰਾਜ ਨੇ, ਚਰਿੱਤਰਾਂ ਵਿੱਚ ਕੋਈ ਆਵਾਗਾਉਣ ਚੀਜ਼ਾਂ ਨਹੀਂ ਲਿਖੀਆਂ। ਬੜੀ ਵੱਡੀ ਸਿੱਖਿਆ ਦਿੱਤੀ ਆ ਜਿਹਨੂੰ ਕੋਈ ਸਮਝ ਹੀ ਨਹੀਂ ਸਕਦਾ। ਇਹ ਤਾਂ 4 ਬੰਦੇ ਇਕੱਠੇ ਹੋ ਕੇ ਊਂ ਰੌਲਾ ਪਾਉਂਦੇ ਰਹੇ। ਚਰਿੱਤਰਾਂ ਵਿੱਚ ਸਿੱਖਿਆ ਲੈਣ ਦੇ ਭਾਵ ਨਾਲ ਪੜ੍ਹੀਏ ਤਾਂ ਫਿਰ ਬਹੁਤ ਜ਼ਿਆਦਾ ਸਿੱਖਿਆ। ਕਹਿੰਦੇ, ਸਵਾ ਗਲਿਸ਼ਟ ਸਿਰ ਉਠਿਓ ਤਉ ਨਾ ਕਬੂਲੀ ਨਾਰ।
ਸਵਾ ਗਿੱਠ ਸਿਰ ਕੱਟਿਆ ਹੋਇਆ ਸਿੱਖ ਦਾ ਜਿਹੜਾ ਪਿਸ਼ੌਰ ਤੋਂ ਆਇਆ ਸੀ, ਲਾਹੌਰ ਵਿੱਚ ਲੈ ਕੇ ਗਿਆ ਕਿਲੇ ਵਿੱਚ ਮਹਿਲਾਂ ਵਿੱਚ। ਉਹ ਲੜਕੀ ਦੇ ਹੱਥ ਲਾਉਣੋਂ ਪਹਿਲਾਂ ਸਵਾ ਗਿੱਠ ਸਿਰ ਉਤਾਂ ਉੱਠ ਖਲੋਤਾ। ਉਸ ਵੇਲੇ ਬਾਦਸ਼ਾਹ ਨੇ ਕਿਹਾ, ਖੁਦਾ, ਇਹਨਾਂ ਸਿੱਖਾਂ ਮਰਿਆਂ ਵਿੱਚ ਵੀ ਤਾਕਤ ਹੈ। ਕੀ ਗੱਲ ਹੈ? ਉਸ ਵੇਲੇ ਸ਼ਹਿਜ਼ਾਦੀ ਕਹਿਣ ਲੱਗੀ, ਮੈਂ ਜਾਣਦੀ ਪਿਤਾ, ਉਹਨੇ ਮੈਨੂੰ ਜਿਉਂਦੇ ਨੇ ਨਹੀਂ ਕਬੂਲਿਆ ਤੇ ਇਸ ਦਾ ਮਰੇ ਦਾ ਧਰਮ ਖੁਦਾ ਹੁਣ ਆਪ ਰੱਖਦਾ ਹੈ, ਇਸ ਕਰਕੇ ਮੇਰਾ ਹੱਥ ਨਹੀਂ ਹੁਣ ਛੋਣਾ। ਸਾਧ ਸੰਗਤ ਜੀ, ਇਸ ਪ੍ਰਕਾਰ ਦੇ ਸਿੱਖ ਹੁੰਦੇ ਸੀ। ਇਹੋ ਜਿਹੇ ਗੁਣ ਸਾਡੇ ਅੰਦਰ ਹੋਣੇ ਚਾਹੀਦੇ ਨੇ। ਕਲਗੀਧਰ ਜੀ ਨੇ ਬਚਨ ਕੀਤਾ 10ਵਾਂ ਗ੍ਰੰਥ ਦੇ ਵਿੱਚ ਅੰਗ 842 ਤੇ, ਜਿਹੜੇ ਕਹਿੰਦੇ 10ਮ ਗ੍ਰੰਥ ਨਹੀਂ ਪੜ੍ਹਨਾ, ਸੁਣੋ ਕੀ ਲਿਖਿਆ। ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰੰਤੋ ਹੈ ਪ੍ਰਾਨ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ नेहो तुम नित बढ़ाई हो, पर नारी की सेज भूल सुपने हूं ना जाई हो, पर धन पाहन तुल पर त्रै मात हमारे। पराया धन पत्थर दी न्याईਆਂ, ਪਰਾਈਆਂ ਇਸਤਰੀਆਂ ਸਾਡੀਆਂ ਮਾਵਾਂ ਨੇ, ਵੱਡੀਆਂ ਮਾਵਾਂ ਨੇ, ਬਰਾਬਰ ਦੀਆਂ ਭੈਣਾਂ ਨੇ, ਛੋਟੀਆਂ ਧੀਆਂ ਦੀ ਨਿਆਈ ਨੇ। ਆਪਣੇ ਪਤੀ ਵਰਤ ਧਰਮ ਵਿੱਚ ਕਾਇਮ ਰਹਿਣਾ, ਇਸ ਬਚਨ ਵਿੱਚ ਬੱਚੇ ਨੇ ਰਹਿਣਾ ਚਾਹੀਦਾ ਹਮੇਸ਼ਾ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਇਸਤਰੀ ਵਰਤੇ। ਇਸੇ ਪ੍ਰਕਾਰ ਬੀਬੀਆਂ ਦੇ ਅੰਦਰ ਵੀ ਇਹ ਗੁਣ ਆਉਣੇ ਚਾਹੀਦੇ ਨੇ। ਜਿਵੇਂ ਕਾਬਲ ਦੀ ਮਾਈ ਸੇਵਾ ਦੀ ਸਾਖੀ ਆਪ ਨੂੰ ਪਹਿਲਾਂ ਸੁਣਾਈ ਹੈ ਕਿ ਉਹ ਪਤੀ ਵਰਤਾ ਧਰਮ ਦੇ ਵਿੱਚ ਕਾਇਮ ਹੋਣ ਕਰਕੇ ਹੀ ਉਹਦੇ ਅੰਦਰ ਇੰਨੀ ਤਾਕਤ ਆ ਗਈ ਸੀ। ਸੋ ਇਸ ਤਰੀਕੇ ਨਾਲ ਸਾਧ ਸੰਗਤ ਜੀ, ਹਿੰਦੂ ਮਤ ਵਿੱਚ ਇਸਤਰੀ ਸਤੀ ਹੋਣਾ ਚਾਹੀਦੀ ਹੈ। ਪਤੀ ਭਾਵੇਂ ਬੇਵਿਚਾਰੀ ਹੋਵੇ, ਪਰ ਗੁਰਮਤ ਵਿੱਚ ਦੋਵੇਂ ਜਤੀ ਸਤੀ ਹੋਣੇ ਚਾਹੀਦੇ ਨੇ। ਗੁਰਮਤ ਦੇ ਗੁਣ ਧਾਰਨ ਕਰਨੇ ਚਾਹੀਦੇ, ਨਹੀਂ ਤਾਂ ਦੁੱਖ ਮਿਲਦਾ। ਜਿਨ੍ਹਾਂ ਦੀ ਬਾਬਤ ਆਪ ਨੇ ਕਿਹਾ, ਪਰਤਿਆ ਰਾਵਣ ਜਾਹੇ ਸਹੀ ਤਾ ਲਾਜੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਬਚਨ ਕੀਤਾ ਹੈ ਕਿ ਅਨਕ ਪੜ੍ਹਦੇ ਮੈਂ ਕਮਾਵੇ ਵਿਕਾਰ ਖਿਨ ਮੈਂ ਪ੍ਰਗਟ ਹੋਏ ਸੰਸਾਰ। ਇਹਨਾਂ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ, ਇਹਨਾਂ ਔਗੁਣਾਂ ਤੋਂ ਰਹਿਤ ਹੋਣਾ ਚਾਹੀਦਾ। ਤੇ ਹਜੂਰ ਨੇ ਬਚਨ ਕੀਤੇ, ਜੇ ਕਰ ਗਹਿ ਪਿਆਰੜੇ ਤੁਧ ਨਾ ਛੋਡਾ ਮੂਲ, ਹਰ ਛੋਡਨ ਸੇ ਦੁਰਜਨਾ ਪੜੈ ਦੋ ਜੱਕੈ ਸੂਲ। ਅਤੇ ਬੀਬੀ ਵੱਲੋਂ ਮਹਾਰਾਜ ਦੇ ਵਾਕ ਨੇ, ਮੇਰੇ ਪ੍ਰਾਣਾਂ ਦੇ ਪਤੀ ਗੁਰੂ ਸਾਹਿਬ ਜੀ ਸਾਖੀ ਨੇ, ਇੱਥੇ ਉਗਾਹ ਹਨ। ਉਹਨਾਂ ਦੀ ਹਜ਼ੂਰੀ ਵਿੱਚ ਜੇ ਮੇਰੇ ਹੱਥ ਨੂੰ ਪਕੜਿਆ, ਮੈਂ ਤੈਨੂੰ ਜਿਉਂਦੇ ਨੂੰ ਦੁੱਖ ਵਿੱਚ ਸੁੱਖ ਵਿੱਚ ਹਰ ਹਾਲਤ ਵਿੱਚ ਕਦੇ ਨਾ ਤਿਆਗਾਂਗੀ। ਅਤੇ ਇਸੇ ਪ੍ਰਕਾਰ ਪਤੀ ਵੱਲੋਂ ਵੀ ਪਰਨ ਹੁੰਦਾ, ਕਹਿੰਦਾ ਜੇਕਰ ਜੋ ਬੇਗੁਨਾਹੀ ਨੂੰ ਛੱਡਣਗੇ ਉਹ ਦੋਜਖ ਵਿੱਚ ਨਰਕ ਦੇ ਦੁੱਖ ਪਾਉਣਗੇ। ਇਸ ਪ੍ਰਕਾਰ ਦੇ ਭਾਈ ਗੁਣ ਧਾਰਨੇ ਨੇ। ਬਾਕੀ ਅੰਮ੍ਰਿਤ ਛਕਾਉਣ ਵੇਲੇ ਸਾਰੀ ਸਿੱਖਿਆ ਦਿੱਤੀ ਜਾਂਦੀ ਹੈ। ਸੋ ਜਿਵੇਂ 10ਵੇਂ ਪਾਤਸ਼ਾਹ ਨੇ 33ਵੀਂ 10ਵਾਂ ਅੰਗ 714 ਵਿੱਚ 10ਵੇਂ ਗ੍ਰੰਥ ਵਿੱਚ ਲਿਖਿਆ, ਕਉ ਦਜੇਸ ਕਉ ਮੰਤ ਹੈ ਅਰ ਕਉ ਮਹੇਸ਼ ਕਉ ਈਸ ਬਤੈ ਹੈ, ਕਉ ਕਹੈ ਵਿਸ਼ਨੂੰ ਵਿਸ਼ਨਾਇਕ ਜਾਹੇ ਭਜੇ ਅਗ ਓਗ ਕਟੈ ਹੈ, 12,000 ਵਿਚਾਰ ਅਰੇ ਜੜ ਅੰਤ ਸਮੈ ਸਭ ਹੀ ਤਜ ਜੈ ਹੈ, ਤਾਹੀ ਕੋ ਧਿਆਨ ਪ੍ਰਮਾਨ ਹੀਏ ਜੋ ਥੇ ਅਬ ਹੈ ਅਰ ਆਗਿਓ ਹਵੈ ਹੈ। ਕਈ ਪਾਹਨ ਦੀ ਪੂਜਾ ਕਰਦੇ ਨੇ। ਜੋ ਜੁਗ ਤੈ ਕਰ ਹੈ ਤਪਸਾ ਕਛ ਤੋਹਿ ਪ੍ਰਸੰਨ ਨਾ ਪਾਹਨ ਕਹਿ ਹੈ, ਹਾਥ ਉਠਾਏ ਭਲੀ ਬਿਸੋਂ ਜੜ ਤੋਹੇ ਕਛੂ ਬਾਰਦਾਨ ਨਾ ਦੈ ਹੈ, ਕੌਣ ਭਰੋਸ ਭਇਆ ਇਹ ਕੋ ਭੀਰ ਪਰੀ ਨਹਿ ਆਨ ਬਚੈ ਹੈ, ਜਾਨ ਰੇ ਜਾਨ ਜਾਨ ਹਠੀਏ ਫੋਕੜ ਧਰਮ ਸੋ ਭਰਮ ਗਵਹਿ। ਵੀ 33 ਸਵਈਆਂ ਚ ਮਹਾਰਾਜ ਨੇ ਆਸਰੀ 10ਵੇਂ ਗ੍ਰੰਥ ਵਿੱਚ 715 ਅੰਗ ਤੇ ਬਚਨ ਕੀਤਾ। ਇੱਕ ਹੈ ਪਾਥਰ ਕੀਜੈ ਪਾਓ, ਦੂਜਾ ਪਾਥਰ ਧਰੀਐ ਪਾਓ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ, ਪੂਜੋ ਰਾਮ ਏਕ ਹੀ ਦੇਵਾ, ਪੂਜਾ ਕੀਚੈ ਨਾਮ ਧਿਆਈਐ। ਅਸਲ ਪੂਜਾ ਨਾਮ ਜਪਣ ਦੀ ਹੈ। ਪ੍ਰਭ ਪੂਜੋ ਨਾਮ ਅਰਾਧ, ਸਾਚ ਸੀਲ ਸਤ ਸੰਜਮੀ ਸਾ ਪੂਰੀ ਪਰਿਵਾਰ। ਸੱਚ ਬੋਲਣਾ, ਸੀਲ ਸੁਭਾਅ ਹੋਣਾ, ਪਵਿੱਤਰ ਜੀਵਨ ਹੋਣਾ, ਪੂਰਨ ਨਿਯਮ ਸਹਿਤ ਪਤੀ ਵਰਤ ਵਿੱਚ ਰਹਿਣਾ ਕਰੇ, ਉਹ ਪੂਰਨ ਪਰਿਵਾਰ ਦੇ ਸਹਿਤ ਬੀਬੀ ਹੈ। ਸੰਜਮ, ਪਵਿੱਤਰ ਰਹਿਣਾ, ਸੰਜਮ ਵਿੱਚ ਵਰਤਣਾ, ਫਜ਼ੂਲ ਖਰਚ ਨਾ ਕਰਨਾ, ਐਸੀ ਬੀਬੀ ਪਰਿਵਾਰ ਵਿੱਚ ਪੂਰਨ ਹੋ ਸਕਦੀ ਹੈ। ਅਤੇ ਪਤੀ ਸਤੀ ਵਿੱਚ ਇੰਨੀ ਏਕਤਾ ਤੇ ਪਿਆਰ ਹੋਣਾ ਚਾਹੀਦਾ। ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਇੱਕ ਜੋਤ ਦੋਈ ਮੂਰਤੀ ਧਨ ਫਿਰ ਕਹੀਐ ਸੋਏ। ਕਈ ਲੜਕੀਆਂ ਦਾ ਸੁਭਾਅ ਹੁੰਦਾ ਜੰਤਰ ਮੰਤਰ ਤੰਤਰ ਟੂਣੇ ਟਾਮਣ ਕਰਕੇ ਪਤੀ ਨੂੰ ਵਸ ਕਰਨਾ ਚਾਹੁੰਦੀਆਂ ਨੇ। ਕਈ ਵਸ ਕਰਦੀਆਂ ਪਤੀ ਨੂੰ ਕਮਲਾ ਕਰਕੇ ਸੁਹਾਗ ਭਾਗ ਤੋਂ ਹੱਥ ਧੋ ਬੈਠਦੀਆਂ ਨੇ। ਸ਼ਿਵਨਾਵ ਦੀ ਰਾਣੀ ਨੇ ਤੇ ਸ਼ੇਖ ਇਬਰਾਹਿਮ ਨੇ ਪਤੀ ਨੂੰ ਵਸ ਕਰਨ ਵਾਸਤੇ ਦੀ ਯੁਕਤੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੁੱਛੀ। ਮਹਾਰਾਜ ਨੇ ਉੱਤਰ ਦਿੱਤਾ ਸੀ। ਪਹਿਲਾ ਪ੍ਰਸ਼ਨ ਕੀਤਾ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹੌਂਕਰੀ ਜਿੱਤ ਵਾਸੇ ਆਵੈ ਕੰਤ। 1384 ਅੰਗ ਤੇ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਨੇ ਜਵਾਬ ਦਿੱਤਾ ਸੀ, ਨਿਵਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜੋ ਨਿਵਣ ਦਾ ਮਤਲਬ ਹੈ ਨਿਮਰਤਾ ਧਾਰਨੀ ਹੈ। ਇਹ ਜੰਤਰ ਦੇ ਅੱਖਰ ਨੇ। ਜੋ ਪਤੀ ਦੇ ਕਹੇ ਬਚਨ ਨੂੰ ਖਵਣ ਸਹਾਰਨੀ ਸ਼ਕਤੀ ਹੈ। ਗੁਣਾ, ਇਹ ਗੁਣ ਟੂਣਾ ਹੈ, ਪਤੀ ਨੂੰ ਵਸ ਕਰਨ ਵਾਲਾ। ਜੋ ਜ਼ਬਾਨ ਚੋਂ ਪਤੀ ਦੇ ਸਤਿਕਾਰ ਕਰਨੇ ਵਾਲੇ ਮਿੱਠੇ ਬਚਨ, ਇਹ ਪਤੀ ਨੂੰ ਵਸ ਕਰਨ ਵਾਲਾ ਮਣੀਆਂ ਹੁੰਦਾ, ਸ਼੍ਰੋਮਣੀ ਮੰਤਰ ਹੈ।
ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਏ। ਇਹ ਭਾਈ ਗੁਰਦਾਸ ਜੀ ਦੀ ਵਾਰ 'ਚ ਉਚਾਰਨ ਕੀਤਾ। ਕੌੜਾ ਬਚਨ ਬੋਲਣ ਨਾਲ ਬੜੇ ਬੜੇ ਫਰਕ ਪੈ ਜਾਂਦੇ, ਸਾਰੀ ਉਮਰ ਦੁਖੀ ਰਹਿੰਦੇ। ਭਰਮ ਤੇ ਵਹਿਮ ਛੱਡ ਦੇਣੇ ਚਾਹੀਦੇ। ਸਗਨ ਅਪਸਗਨ ਤਿਸ ਕੋ ਲੱਗਾ ਜੇ ਚੀਤ ਨਾ ਆਵੇ। ਸਾਹਾ ਗਣਨ ਨ ਕਰੇ ਵਿਚਾਰ ਸਾਹੇ ਉਪਰ ਏਕ ਓੰਕਾਰ। ਸੀਤਾ ਜੀ ਦਾ ਸਾਹਾ ਸੋਧਣ ਵਾਲੇ ਵਿਸ਼ਿਸ਼ਟ ਮੁਨੀ ਜੀ ਅਤੇ ਵਿਸ਼ਵਾਮਿੱਤਰ ਸੀ, ਪਰ ਫਿਰ ਵੀ ਸਾਰੀ ਉਮਰ ਦੁਖੀ ਰਿਹਾ। ਮੁੱਲਾਂ ਤੇ ਬ੍ਰਾਹਮਣਾਂ ਦੇ ਘਰ ਹੀ ਬਹੁਤੀਆਂ ਇਸ ਪ੍ਰਕਾਰ ਦੀਆਂ ਰੰਡੀਆਂ ਹੁੰਦੀਆਂ ਹਨ ਜੋ ਸਾਹਾ ਸੋਧਣ ਵਾਲੇ ਹੁੰਦੇ ਨੇ। ਤਾਂ ਹੀ ਜੱਲਣ ਜੀ ਨੇ ਕਿਹਾ, ਮੁੱਲਾਂ ਦੇ ਘਰ ਪਿੱਟਣਾ, ਬ੍ਰਾਹਮਣ ਦੇ ਘਰ ਰੰਡ ਜਾਂ ਜੱਲਣਾ ਘਰ ਆਪਣੇ ਸਾਹਾ ਦੇ ਸੰਗ। ਸਗਨ ਅਪਸਗਨ ਤਿਸ ਕੋ ਲੱਗੈ ਜਿਸ ਚੀਤ ਨ ਆਵੈ। ਸਾਹਾ ਗਣਨ ਕਰੈ ਵਿਚਾਰ ਸਾਹੇ ਉਪਰ ਏਕ ਓੰਕਾਰ। ਭੁਜੰਗੀ ਤੇ ਭੁਜੰਗਣ ਦੇ ਧਾਰਨਯੋਗ ਗੁਰਮਤਿ ਦੇ ਨਿਯਮ ਜਿਹੜੇ ਸਾਰੇ ਉਹ ਸਿੱਖ ਲੈਣੇ ਚਾਹੀਦੇ। ਧਾਰਮਿਕ ਹੋਣਾ ਚਾਹੀਦਾ। ਐਸਾ ਨਾ ਹੋਵੇ ਇੱਕ ਗੁਰਦੁਆਰੇ ਜਾਵੇ, ਦੂਜਾ ਦੇਵੀ ਦੇਵਤੇ ਪੂਜਾ, ਕਬਰਾਂ ਦਰਖਤਾਂ ਗੁੱਗੇ ਪੀ ਪੂਜਾ 'ਚ ਲੱਗੇ, ਅੰਮ੍ਰਿਤ ਛਕ ਕੇ ਦੋਵੇਂ ਤਿਆਰ ਪਰ ਤਿਆਰ ਹੋਣੇ ਚਾਹੀਦੇ ਨੇ। ਰਹਿਤ ਰਹਿਤ ਰਹਿ ਜਾਹੇ ਵਿਕਾਰਾ, ਰਹਿਣੀ ਰਹਿ ਸੋਈ ਸਿੱਖ ਮੇਰਾ। ਮਹਾਰਾਜ ਨੇ ਬਚਨ ਕੀਤਾ, ਸਿੱਖੀ ਵਿੱਚ ਪੱਕੇ ਰਹਿਣਾ, ਸਤਿਗੁਰਾਂ ਨੂੰ ਅੰਗ ਸੰਗ ਜਾਣਨਾ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਪਰਮੇਸ਼ਰ ਦੇ ਭਾਣੇ 'ਚ ਰਾਜੀ ਰਹਿਣਾ, ਗੁਰਮੁਖ ਤੇਰਾ ਭਾਣਾ ਭਾਵੈ। ਗੁਰਬਾਣੀ ਤੇ ਸਤਸੰਗਤ ਦੇ ਨਿਜਮੀ ਹੋਣਾ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਗੁਰ ਕੀ ਬਾਣੀ ਵਿਟੋਂ ਵਾਰਿਆ ਭਾਈ, ਗੁਰ ਸ਼ਬਦ ਵਿਟੋਂ ਬਲ ਜਾਏ। ਬਜ਼ੁਰਗਾਂ ਦਾ ਸਤਿਕਾਰ ਕਰਨਾ, ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘੜ ਘੜ ਚੀਨਾ। ਲੜ ਲੱਗਿਆਂ ਦਾ ਸੱਚਾ ਸਾਥੀ ਬਣ ਕੇ ਸਦਾ ਸਾਥ ਨਿਭਾਉਣਾ। ਦੇਸ਼ ਕੌਮ ਵਾਸਤੇ ਆਪਾ ਵਾਰਨਾ, ਪਰਉਪਕਾਰ ਨਿਤ ਚਿੱਤ ਤੇ ਨਾ ਹੀ ਕਛ ਪੋਚ। ਦਸਾਂ ਨੌਹਾਂ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੈ ਸੇ। ਗੁਰੂ ਦਾ ਸਿੱਖ ਗੁਰੂ ਕਾ ਦਸਵੰਧ ਦੇਵੇ। ਦਸਾਂ ਸਤਿਗੁਰਾਂ ਸਾਹਿਬਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਕਾਲ ਪੁਰਖ ਦਾ ਸਰੂਪ ਸਦਾ ਜਾਗਦੀ ਜੋਤ ਲੋਕ ਪਰਲੋਕ ਦੇ ਰਾਖੇ ਜਾਣਨਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਇਓ, ਅਬਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਇਸ ਪ੍ਰਕਾਰ ਬੀਬੀਆਂ ਨੇ ਪਤੀ ਵਰਤ ਧਰਮ ਵਿੱਚ ਸਦਾ ਕਾਇਮ ਰਹਿਣਾ। ਪੁਰਸ਼ਾਂ ਨੂੰ ਸਤੀ ਵਰਤ ਧਰਮ ਵਿੱਚ ਪੱਕੇ ਰਹਿਣ ਦੇ ਮਹਾਰਾਜ ਨੇ ਹੁਕਮ ਕੀਤੇ ਨੇ, ਪਹਿਲਾਂ ਸੁਣ ਆਏ ਹਾਂ। ਗੁਰਮਤ ਵਿਦਿਆ ਸਹਿਤ ਹੋਣਾ, ਗੁਰਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ। ਸਾਦਾ ਲਿਬਾਸ ਪਹਿਨਣਾ, ਮਨ ਮਤ ਨਹੀਂ ਕਰਨੀ, ਧੂੜੀ ਵਿੱਚ ਲੁਡੰਦਰੀ ਸੋਹਾ, ਨਾਨਕ ਸਹਿ ਤੈ ਸਹਿ ਨਾਲੇ। ਮਨ ਕੀ ਮਤ ਤਿਆਗਹੁ ਹਰ ਜਨ, ਹੁਕਮ ਬੂਝ ਸੁਖ ਪਾਈ ਆਰੇ। ਧਰਮ ਦਾ ਸੰਬੰਧ ਹੋਣਾ, ਨਾਮ ਜਪਣ ਵਾਲੇ ਗੁਰਮੁਖ ਹੋਣਾ, ਮੰਨੈ ਧਰਮ ਸੇਤੀ ਸੰਬੰਧ। ਰਹਿਤਨਾਮੇ 'ਚ ਭਾਈ ਸਾਹਿਬ ਸਿੰਘ ਦਾ ਰਹਿਤਨਾਮਾ 160 ਅੰਗ ਤੇ ਲਿਖਿਆ ਉਹਨਾਂ ਨੇ, ਕੰਨਿਆ ਦੇਵੈ ਸਿੱਖ ਕੋ ਲੇਵੈ ਨਹਿ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਗੁਰ ਕੇ ਧਾਮ। ਮਹਾਰਾਜ ਜੀ ਇਹਨਾਂ ਨਿਯਮਾਂ ਵਿੱਚ ਚਲਾਉਣ, ਜਨਮ ਯਾਤਰਾ ਸਫਲ ਹੋਵੇ, ਅਕਾਲ ਸਹਾਏ। ਇਹ ਜਿਹੜੇ ਗੁਣ ਹਨ ਜੇਕਰ ਕਬੂਲ ਹਨ ਤਾਂ ਮਹਾਰਾਜ ਸਾਹਿਬ ਦੀ ਹਜ਼ੂਰੀ 'ਚ ਮੱਥਾ ਟੇਕੋ। ਔਰ ਦੂਸਰੀ ਚੀਜ਼ ਇਹ ਆ, ਸਿਹਰਾ। ਕਿਸੇ ਪ੍ਰਕਾਰ ਦੇ ਸਿਹਰੇ ਨਹੀਂ ਬੰਨਣੇ ਚਾਹੀਦੇ। ਸਿਹਰੇ ਬੰਨਣ ਦਾ ਰਿਵਾਜ ਕੋਈ ਲੜਕਾ ਕਾਣਾ ਸੀ, ਉਹਦੀ ਅੱਖ ਦਾ ਫੋਲਾ ਲਗਾਉਣ ਵਾਸਤੇ ਬੰਨੇ ਸੀ। ਉਦੋਂ ਦਾ ਸਿਹਰੇ ਦਾ ਬੰਨਣ ਦਾ ਰਿਵਾਜ ਪਿਆ, ਸਿਹਰਾ ਨਹੀਂ ਪੜ੍ਹਨਾ ਚਾਹੀਦਾ। ਜੰਡੀ, ਇਸੇ ਪ੍ਰਕਾਰ ਜੰਡੀ ਵੱਢਣ ਦੀ ਜਿਹੜੀ ਆਦਤ ਪਈ ਉਹ ਮਿਰਜ਼ਾਂ ਤੇ ਸਾਹਿਬਾਂ ਦਾ ਤੁਸੀਂ ਪ੍ਰਸੰਗ ਸੁਣਿਆ ਹੋਣਾ। ਜਦੋਂ ਮਿਰਜ਼ੇ ਦੇ ਨਾਲ ਸਾਹਿਬਾਂ ਨਿਕਲ ਗਈ ਤੇ ਫਿਰ ਭਰਾਵਾਂ ਦਾ ਮੋਹ ਕਰਕੇ ਉਹਦਾ ਜੰਡ ਤੇ ਧਨਖ ਟੰਗਿਆ ਹੋਇਆ ਸੀ। ਸਾਹਿਬਾਂ ਨੇ ਉਹਦੇ ਸਾਰੇ ਤੀਰ ਤੋੜ ਦਿੱਤੇ ਤੇ ਧਨਖ ਕਮਾਨ ਵੀ ਤੋੜ ਦਿੱਤੀ। ਜਦੋਂ ਮਿਰਜ਼ਾ ਸੁੱਤਾ ਪਿਆ ਉੱਠਿਆ, ਕਹਿੰਦਾ ਤੂੰ ਇਹ ਕੀ ਕੀਤਾ? ਉਹਦੇ ਭਰਾਵਾਂ ਨੇ ਆ ਕੇ ਉਹਨੂੰ ਕਤਲ ਕਰ ਦਿੱਤਾ। ਮਿਰਜ਼ਾ ਜਦੋਂ ਮਰ ਗਿਆ ਉਸ ਵਕਤ ਸਾਧ ਸੰਗਤ ਜੀ ਸਾਹਿਬਾਂ ਆਪ ਨੂੰ ਕਟਾਰੀ ਮਾਰ ਕੇ ਮਰ ਗਈ। ਉਦੋਂ ਦੀ ਆਸ਼ਕੀ ਮਸ਼ੂਕੀ ਦੁਨੀਆ 'ਚੋਂ ਖਤਮ ਹੋ ਗਈ। ਇਸ ਪ੍ਰਕਾਰ ਦੀ ਹਾਲਤ ਲੋਕਾਂ ਦੇ ਚਿੱਠੀਆਂ 'ਚ ਲਿਖੀ ਹੋਈ ਆ। ਉਦੋਂ ਦਾ ਜੰਡੀ ਵੱਢਣ ਦਾ ਰਿਵਾਜ ਵਿਆਹ ਤੇ ਪਿਆ ਹੋਇਆ। ਇਹ ਧਿਆਨ ਦੇਣ ਵਾਲੀ ਚੀਜ਼ਾਂ ਹੁੰਦੀਆਂ। ਵੰਗਾ, ਔਰ ਰੁਕਮਣੀ ਨੂੰ ਕ੍ਰਿਸ਼ਨ ਜਦੋਂ ਕੱਢ ਕੇ ਲਿਆਏ ਕ੍ਰਿਸ਼ਨ ਜੀ, ਉਦੋਂ ਦਾ ਵੰਗਾ ਪਹਿਨਣ ਦਾ ਰਿਵਾਜ ਪਿਆ ਹੋਇਆ। ਇਹੋ ਜਿਹਾ ਸੁਭਾਅ ਗੁਰਸਿੱਖਾਂ ਦੇ ਅੰਦਰ ਨਹੀਂ ਹੋਣਾ ਚਾਹੀਦਾ ਤੇ ਆਪਣਾ ਗੁਰਸਿੱਖੀ ਜੀਵਨ ਨੂੰ ਉੱਚਾ ਬਣਾਉਣਾ ਚਾਹੀਦਾ। ਇਸ ਪ੍ਰਕਾਰ ਦੀਆਂ ਭੈੜੀਆਂ ਕਰਤੂਤਾਂ ਵਾਲਾ ਮਾੜਾ ਸੁਭਾਅ ਨਹੀਂ ਚਾਹੀਦਾ। ਆਨੰਦਕਾਰ ਸਮੇਂ ਲੜਕੀ ਨੰਗੇ ਮੂੰਹ ਬੈਠੇ ਪਰ ਸਿਰ ਨੰਗਾ ਨਾ ਹੋਵੇ। ਘੁੰਡ ਨਹੀਂ ਕੱਢਣਾ। ਪਾਤਸ਼ਾਹੀ ਤੀਸਰੀ ਵਕਤ ਘੁੰਡ ਕੱਢਣ ਵਾਲੀ ਰਾਣੀ ਕਮਲੀ ਹੋ ਗਈ ਸੀ ਤੇ ਆਨੰਦਕਾਰ ਨੰਗੇ ਮੂੰਹ ਹੀ ਕਰਨਾ ਤੇ ਲੜਕੀ ਪੈਰਾਂ ਨਾਲ ਤੁਰ ਕੇ ਮਹਾਰਾਜ ਦੀਆਂ ਪਰਿਕਰਮਾ ਕਰੇ। ਜੋੜੀ ਦੇ ਸਿਰ ਤੇ ਤੋਂ ਰੁਪਈਏ ਵਾਰ ਕੇ ਲਾਗਿਆਂ ਨੂੰ ਦੇਣੇ। ਪਰਿਕਰਮਾ ਨਾ ਕਰਨ ਦਾ ਭੈੜਾ ਰਿਵਾਜ। ਇਸੇ ਪ੍ਰਕਾਰ ਆ ਜਿਹੜੇ ਫੇਰੇ ਨਹੀਂ ਦਿੰਦੇ, ਕੁੜੀ ਨੂੰ ਤੋਰਦੇ ਨਹੀਂ, ਭਾਈ ਰੱਖਦੇ ਨੇ। ਕੀ ਫੇਰਨੀ ਹੈ? ਉਹ ਲੰਗੀ ਕੁੜੀ ਸਿੱਖ ਲੱਤ ਤੋਂ ਕਹਿੰਦੇ ਕੀ ਫੇਰਨੀ ਹੈ। ਉਦੋਂ ਦੀ ਲੋਕਾਂ 'ਚ ਆਦਤ ਪੈ ਗਈ, ਚਲੋ ਕੁੜੀ ਨੂੰ ਕੀ ਮਹਾਰਾਜ ਦੁਆਲੇ ਪਰਿਕਰਮਾ ਕਰਾਉਣੀ ਹੈ। ਉਹ ਲੰਗੜੀ ਹੋਣ ਕਰਕੇ ਪਰਿਕਰਮਾ ਨਾ ਕਰਾਈਏ ਵੀ ਭੇਦ ਨਾ ਖੁੱਲ੍ਹ ਜੇ ਸਾਡਾ। ਪਰ 4 ਪਰਿਕਰਮਾ ਕਰਕੇ ਹੀ ਲਾਵਾਂ ਹੁੰਦੀਆਂ। ਲਾਵਾਂ ਦਾ ਪਾਠ ਪਰਿਕਰਮਾ ਕਰਾਉਣੀਆਂ। ਗੁਪਤ ਅਰਦਾਸ ਕਰਕੇ ਪਤੀ ਦਾ ਪੱਲਾ ਲੜਕੀ ਨੂੰ ਫੜਾਉਣਾ। ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ ਮੁੱਖ ਵਾਕ ਲੈ ਕੇ ਸਿੱਖਿਆ ਸੁਣਾ ਕੇ ਲਾਵਾਂ ਤੇ ਪਰਿਕਰਮਾ ਕੀਤੀਆਂ ਜਾਣ। ਇਉਂ ਗੁਰਮਤਿ ਅਨੁਸਾਰ 4 ਲਾਵਾਂ ਪੜ੍ਹਨੀਆਂ ਜੋ ਗੁਰੂ ਮਹਾਰਾਜ ਨੇ ਉਚਾਰੀਆਂ ਨੇ।
ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਲਾਮ ਦਾ ਪਾਠ ਗ੍ਰੰਥੀ ਸਿੰਘ ਕਰੇ, ਉਸ ਵਕਤ ਜੋੜੀ ਬੈਠੀ ਰਹੇ, ਫਿਰ ਉਸੇ ਪਾਠ ਦਾ ਕੀਰਤਨ ਰਾਗੀ ਸਿੰਘ ਕਰਨ ਤੇ ਲੜਕਾ ਲੜਕੀ ਹੌਲੀ ਹੌਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰਨ। ਪਰਿਕਰਮਾ ਕਰਨ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਜੇ ਪਾਸੇ ਹੋਣ, ਮਹਾਰਾਜ ਸਾਹਿਬ ਤੇ ਰਮਾਲਾ ਪਾ ਦੇਣਾ। ਜਿੰਨੇ ਸਮੇਂ ਵਿੱਚ ਰਾਗੀ ਸਿੰਘ ਲਾਵਾਂ ਦਾ ਕੀਰਤਨ ਕਰਨ, ਓਨੇ ਸਮੇਂ ਵਿੱਚ ਲੜਕਾ ਲੜਕੀ ਪਰਿਕਰਮਾ ਕਰਕੇ ਮਹਾਰਾਜ ਸਾਹਿਬ ਦੇ ਸਾਹਮਣੇ ਆਪਣੀ ਜਗ੍ਹਾ ਤੇ ਬੈਠ ਜਾਣ ਤੇ ਫਿਰ ਗ੍ਰੰਥੀ ਸਿੰਘ ਮਹਾਰਾਜ ਦੀ ਹਜ਼ੂਰ ਦੂਜੀ ਲਾਮ ਦਾ ਪੜ੍ਹੇ ਪਾਠ ਤੇ ਜੋੜੀ ਬੈਠੀ ਰਹੇ, ਫਿਰ ਉਸੇ ਦੂਜੀ ਲਾਮ ਦਾ ਕੀਰਤਨ ਰਾਗੀ ਸਿੰਘ ਕਰ ਤੇ ਜੋੜੀ ਪਰਿਕਰਮਾ ਕਰੇ। ਇਸੇ ਪ੍ਰਕਾਰ ਇੱਕ ਇੱਕ ਕਰਕੇ 4 ਲਾਵਾਂ ਦਾ ਪਾਠ ਕੀਤਾ ਜਾਏ ਤੇ ਕੀਰਤਨ ਕੀਤਾ ਜਾਏ ਤੇ ਜੋੜੀ ਪਰਿਕਰਮਾ ਕਰੇ। 4 ਲਾਵਾਂ ਤੇ ਪਰਿਕਰਮਾ ਹੋਣ ਤੋਂ ਲੜਕਾ ਲੜਕੀ ਆਪਣੀ ਜਗ੍ਹਾ ਤੇ ਬੈਠ ਜਾਣ ਤੇ ਗ੍ਰੰਥੀ ਸਿੰਘ ਉਸ ਵਕਤ ਗੁਰੂ ਗ੍ਰੰਥ ਸਾਹਿਬ ਤੋਂ ਸੰਪੂਰਨ ਆਨੰਦ ਸਾਹਿਬ ਦਾ ਪਾਠ ਗੁਪਤ ਰੂਪ 'ਚ ਪੜ੍ਹੇ ਤੇ ਰਾਗੀ ਸਿੰਘ 5 ਪੌੜੀਆਂ ਦਾ ਕੀਰਤਨ ਕਰਨ ਤੇ ਫਿਰ ਹੋਰ ਸ਼ਬਦਾਂ ਦਾ ਕੀਰਤਨ ਕਰਨ। ਲਾਵਾਂ ਵਕਤ ਗ੍ਰੰਥੀ ਸਿੰਘ ਤਾਬੇ ਬੈਠੇ। ਇਹ ਬਚਨ ਮਹਾਂਪੁਰਖਾਂ ਨੇ ਪਿੰਡ ਸਿੰਬਲੀ ਅੰਬਾਲੇ ਦੇ ਸ਼ਹਿਰ ਦੇ ਪਾਸ ਕੀਤੇ ਸਨ, ਜਿੱਥੇ ਪ੍ਰਸ਼ਨ ਹੋਇਆ ਸੀ ਕਿ ਇਸ ਨਗਰ ਵਿੱਚ ਗ੍ਰੰਥੀ ਸਿੰਘ ਨੂੰ ਪਰਿਕਰਮਾ ਵਕਤ ਉਠਾ ਦਿੰਦੇ ਨੇ। ਮਹਾਂਪੁਰਖਾਂ ਨੇ ਉੱਤਰ ਦਿੱਤਾ ਸੀ ਕਿ ਤੁਹਾਡੇ ਇਸ ਪਿੰਡ ਵਿੱਚੋਂ ਸੁਣਨ ਤੋਂ ਪਤਾ ਲੱਗਾ ਕਿ ਜਦੋਂ ਆਨੰਦ ਕਾਰਜ ਹੁੰਦਾ ਉਸ ਵਕਤ ਪਿੰਡ ਵਾਲੇ ਕਹਿੰਦੇ ਗ੍ਰੰਥੀ ਸਿੰਘ ਤਾਬਿਆਂ ਵਿੱਚ ਉੱਠ ਖਲੋਏ, ਚੌਰ ਨਾ ਕਰੇ, ਮਹਾਰਾਜ ਦੀਆਂ ਪਰਿਕਰਮਾ ਅਸੀਂ ਕਰਨੇ। ਕਹਿੰਦੇ ਹਨ ਕਿ ਜੇ ਗ੍ਰੰਥੀ ਤਾਬਿਆਂ ਬੈਠਾ ਰਿਹਾ ਤਾਂ ਗ੍ਰੰਥੀ ਨਾਲ ਕੁੜੀ ਵਿਆਹੀ ਜਾਊ। ਉਹ ਕੁੜੀ ਜਿਹੜੀ ਜਿਸ ਨਾਲ ਮੰਗੀ ਹੈ, ਜਿਸ ਦਾ ਪੱਲਾ ਫੜ ਕੇ ਨਾਲ ਪਰਿਕਰਮਾ ਕਰਦੀ ਹੈ ਤੇ ਜਿਸ ਨਾਲ ਵਿਆਹ ਹੋਣ ਦੀ ਅਰਦਾਸ ਹੋਈ ਹੈ ਕਿ ਫਲਾਣੇ ਲੜਕੇ ਨਾਲ ਵਿਆਹ ਹੁੰਦਾ, ਉਹਦੇ ਨਾਲ ਹੀ ਵਿਆਹੀ ਜਾਵੇਗੀ ਕਿ ਗ੍ਰੰਥੀ ਸਿੰਘ ਨਾਲ। ਉਸ ਨਾਲੋਂ ਹਟ ਕੇ ਗ੍ਰੰਥੀ ਨਾਲ ਕਿਵੇਂ ਵਿਆਹ ਹੋ ਸਕਦਾ ਜੋ ਗ੍ਰੰਥੀ ਸਿੰਘ ਮਹਾਰਾਜ ਤਾਬਿਆਂ ਬੈਠਾ। ਜੋ ਗ੍ਰੰਥੀ ਸਿੰਘ ਨੂੰ ਮਹਾਰਾਜ ਦੀ ਤਾਬਿਆਂ ਵਿੱਚ ਉਠਾਉਣਾ ਇਹ ਮਹਾਰਾਜ ਦੀ ਘੋਰ ਬੇਅਦਬੀ ਹੈ। ਇਸ ਤਰ੍ਹਾਂ ਕਰਨ ਵਾਲੇ ਨੂੰ ਸ੍ਰੀ ਗੁਰੂ ਗ੍ਰੰਥ ਦਾ ਸਤਿਕਾਰ ਕਰਨਾ ਹੀ ਨਹੀਂ ਆਉਂਦਾ। ਤਾਬਿਆਂ ਵਿੱਚੋਂ ਚੌਰ ਕਰਨ ਵਾਲਾ ਕਿਵੇਂ ਉੱਠ ਸਕਦਾ। ਪਰਿਕਰਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਰਨੀਆਂ। ਤੁਸੀਂ ਕਹਿੰਦੇ ਹੋ ਕਿ ਗ੍ਰੰਥੀ ਨਾਲ ਕੁੜੀ ਵਿਆਹੀ, ਅਰਦਾਸ ਸਿਰਫ ਜਦੋਂ ਜਿਹਦੀ ਹੁੰਦੀ ਹੈ ਉਸੇ ਦਾ ਹੀ ਵਿਆਹ ਹੋ ਸਕਦਾ, ਦੂਜੇ ਦਾ ਨਹੀਂ ਹੁੰਦਾ। ਕਈ ਘਰੋਂ ਬਾਹਰ ਕੱਢਣ ਲੱਗਿਆਂ ਨਾਈ ਨਾਲ ਤੋਰਦੇ ਨੇ, ਉਦੋਂ ਉਸ ਨਾਲ ਨਹੀਂ ਵਿਆਹੀ ਜਾਂਦੀ, ਬ੍ਰਾਹਮਣ ਨਾਲ ਨਹੀਂ ਵਿਆਹੀ ਜਾਂਦੀ ਜਦੋਂ ਅੱਗ ਦੇ ਉਦਾਲੇ ਫੇਰਦੇ ਨੇ। ਕਿੱਡੀ ਇਹ ਭੈੜੀ ਲੱਤ ਪਈ ਹੋਈ ਸਾਰਿਆਂ ਨੂੰ। ਇਸ ਗੱਲ ਦੀ ਸਮਝ ਨਹੀਂ ਕਰਦੇ ਕਿ ਸ੍ਰੀ ਗੁਰੂ ਗ੍ਰੰਥ ਦਾ ਸਤਿਕਾਰ ਕਰਨਾ ਹੈ। ਕਈ ਇਸ ਕਰਕੇ ਲਾਵਾਂ ਨਹੀਂ ਦਿੰਦੇ ਕਿ ਕੁੜੀ ਗ੍ਰੰਥੀ ਨਾਲ ਵਿਆਹੀ ਜਾਏਗੀ। ਇਹੋ ਜਿਹੇ ਭੈੜੇ ਸੁਭਾਅ ਧਾਰਨੇ ਯੋਗ ਨਹੀਂ। ਇਹਨਾਂ ਆਦਤਾਂ ਨੂੰ ਛੱਡ ਕੇ ਗੁਰਮੁਖ ਬਣੋ। ਸ੍ਰੀ ਗੁਰੂ ਗ੍ਰੰਥ ਸਾਹਿਬ ਤਾਬਿਆ ਗ੍ਰੰਥੀ ਜ਼ਰੂਰ ਹੋਣਾ ਚਾਹੀਦਾ ਤੇ ਦੇਗ ਦੀ ਤਾਬਿਆ ਵੀ ਇੱਕ ਸਿੰਘ ਚਾਹੀਦਾ। ਗੁਰੂ ਮਹਾਰਾਜ ਦੀ ਤਾਬਿਆ ਬੈਠਣਾ ਮਹਾਰਾਜ ਦਾ ਸਤਿਕਾਰ ਹੈ ਤੇ ਲਾਵਾਂ ਲੈਣੀਆਂ ਜ਼ਰੂਰ ਚਾਹੀਦੀਆਂ ਨੇ। ਸੋ ਇਸ ਪ੍ਰਕਾਰ ਦੱਸਿਆ ਵੀ ਲੜਕੀ ਲੰਗੀ ਹੋਣ ਕਰਕੇ ਉਹ ਪਰਿਕਰਮਾ ਨਹੀਂ ਸੀ ਹੋਈਆਂ। ਚਰਨ ਮੋਲ ਪ੍ਰਦਕਸ਼ਨਾ ਕਰਨ ਕੈ, ਵਾਰੀ ਫੇਰੀ ਸਦਾ ਘੁਮਾਈ ਕਵਨ ਅਨੂਪ ਤੇ ਉਠਾਓ। ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ। ਇਹ ਬਾਣੀਆਂ ਦੀ ਜੋ ਬਾਣੀ ਦੇ ਵਿੱਚ ਪੰਕਤੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ ਨੇ। ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇੱਥੇ ਕਰਨ ਦੇ ਮੈਂ ਲੋੜ ਨਹੀਂ ਸਮਝਦਾ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਤੋਂ ਜਿਹਦੇ ਨਾਲ ਕਈ ਪ੍ਰਕਾਰ ਦੇ ਵਿਵਾਦ ਖੜੇ ਹੋ ਜਾਂਦੇ ਨੇ। ਬਸ ਜਿੰਨਾ ਕੁ ਆਪਾਂ ਦੱਸਿਆ ਗੁਰਮਤਿ ਅਨੁਸਾਰ ਇਹੀ ਚੀਜ਼ ਸਭ ਤੋਂ ਠੀਕ ਹੈ। ਤੋ ਬਾਕੀ ਰਹੀ ਗੱਲ ਪਰਿਕਰਮਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਜ਼ਰੂਰ ਕਰਨੀਆਂ ਪਰਿਕਰਮਾ। ਜਿਵੇਂ ਇਸੇ ਪ੍ਰਕਾਰ ਦੇ 5ਵੇਂ ਪਾਤਸ਼ਾਹ ਪਰਿਕਰਮਾ ਮਹਾਰਾਜ ਸਰੋਵਰ ਦੀਆਂ ਪਰਿਕਰਮਾ ਕਰਦੇ ਰਹੇ ਨੇ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਵਾਲੇ 10ਵੇਂ ਪਾਤਸ਼ਾਹ ਨੇ ਸ੍ਰੀ ਹਜ਼ੂਰ ਸਾਹਿਬ 5 ਪਰਿਕਰਮਾ ਕੀਤੀਆਂ। ਲਾਵਾਂ 4 ਹੀ ਚੌਥੇ ਪਾਤਸ਼ਾਹ ਨੇ ਉਚਾਰੀਆਂ ਸਨ। ਉਹ 5 ਪਰਿਕਰਮਾ ਆਨੰਦ ਸਾਹਿਬ ਦੀਆਂ ਪੌੜੀਆਂ ਨਾਲ ਕਰਦੇ ਹਨ। ਉਹ ਵੀ ਆਪਣੀ ਮਰਜ਼ੀ ਦੇ ਨਾਲ ਕਰਦੇ ਨੇ ਕਈ ਲੋਕ। ਤੋ ਇਸੇ ਪ੍ਰਕਾਰ ਮਨਮਤਾਂ ਕਈ ਖਾਰੇ ਨਹਾਉਂਦੇ, ਚੱਪਣੀਆਂ ਪਾਉਂਦੇ, ਪਹਿਲਾਂ 10 ਆਏ ਉਹ ਨਹੀਂ ਕਰਨੀਆਂ। ਕਈ ਉੱਤੇ ਫੁਲਕਾਰੀ ਆਦਿਕ ਲੈਂਦੇ ਨੇ। ਇਹ ਵੀ ਚੀਜ਼ਾਂ ਜਿਹੜੀਆਂ ਨੇ ਹੋਰ ਪ੍ਰਕਾਰ ਦੀਆਂ ਗੁਰਮਤਿ ਅਨੁਸਾਰ ਜਿਹੜੀਆਂ ਮਨਾ ਹੀ ਕੀਤੀਆਂ ਹੋਈਆਂ ਨੇ। ਦਾਜ ਤੇ ਪੈਸੇ ਨਹੀਂ ਲੈਣੇ। ਇਸੇ ਪ੍ਰਕਾਰ ਹੋਰ ਮਨਮੁਖ ਦਾਜ ਜੇ ਰੱਖ ਦਿਖਾ ਲੈ ਸੋ ਕੂੜ ਅੰਕਾਰ ਕੱਚ ਪਾਜੋ। ਜੇ ਦੇਣੇ ਹੋਣ ਉਹ ਗੁਪਤ ਦਿੱਤੇ ਜਾਣ। ਡੋਲੇ ਦੇ ਉੱਪਰੋਂ ਪੈਸੇ ਆਦਿਕ ਸੁੱਟਣੇ ਮਨਾ ਨੇ। ਵਿਖਾਵੇ ਦੇ ਦਾਜ ਕਰਕੇ ਬਹੁਤ ਭੈੜੇ ਨਤੀਜੇ ਨਿਕਲਦੇ ਨੇ। ਕੰਨਿਆ ਦੇਵੇ ਸੇਕੋ ਲੈਵੇ ਨਾ ਕਛਦਾਮ, ਸੋਈ ਮੇਰਾ ਸਿੱਖਾ ਪਹੁੰਚੇ ਮੇਰੇ ਧਾਮ। ਇਹ ਮਹਾਰਾਜ ਨੇ ਪਹਿਲਾਂ ਵੀ ਦੱਸ ਦਿੱਤਾ ਹੈ। ਤੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਬਹੁਤ ਸਾਰੀਆਂ ਸਿੱਖਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਨੇ ਹਰ ਪ੍ਰਕਾਰ ਦੇ ਨਾਲ ਦਾਜ ਆਦਿਕ, ਜਿਵੇਂ ਕੋਈ ਲੜਕੀ ਨੂੰ ਆਪਦੀ ਮਰਜ਼ੀ ਨਾਲ ਕੋਈ ਮਾੜਾ ਮੋਟਾ ਦਿੰਦਾ ਵੀ ਇਹਨੇ ਵਰਤਣਾ ਸਮਾਨ, ਉਹ ਅਲੱਗ ਬਾਤ ਹੈ। ਪਰ ਇਹ ਮੰਗ ਕੇ ਚੀਜ਼ਾਂ ਲੈਣੀਆਂ। ਸਿਧਾਂਤ ਤਾਂ ਇਹ ਹੈ ਕਿ ਗੁਰਮਤਿ ਦੇ ਆਨੰਦ ਕਾਰਜ ਦੀ ਸੰਖੇਪ ਵਿਚਾਰ ਪਹਿਲਾਂ ਨਲਕੇ ਵਾਲੇ ਪਾਠ ਦਾ ਭੋਗ ਪਵਾ ਕੇ ਲੰਗਰ ਆਦਿ ਕਰਕੇ ਚੱਲਣ। ਤੁਰਨ ਵਕਤ ਮਹਾਰਾਜ ਨੂੰ ਮੱਥਾ ਟੇਕ ਕੇ ਅਰਦਾਸ ਕਰਕੇ ਸਾਊ ਜਾਨੀ ਨਾਲ ਜਾਣ। ਟਿਕਾਓ ਉੱਤੇ ਅਰਦਾਸ ਕਰਕੇ ਸ਼ਬਦ ਪੜ੍ਹਨੇ, ਮਨਮਤ ਨਹੀਂ ਕਰਨੀ। ਆਨੰਦ ਕਾਰਜ ਦੇ ਸਮੇਂ ਕੀਰਤਨ ਆਸਾ ਦੀ ਵਾਰਦਾ ਅਤੇ ਕੀਤਾ ਲੋੜੀਆ ਕੰਮ ਸ਼ਬਦ ਅਰਦਾਸ ਗੁਪਤ ਰੂਪ 'ਚ ਪੱਲਾ ਫੜਾਉਣਾ, ਉਸਤ ਨਿੰਦਾ ਇਹ ਸ਼ਬਦ ਪੜ੍ਹਨਾ। ਸ਼੍ਰੀ ਮੁੱਖ ਵਾਕ ਸਿੱਖਿਆ, ਲਾਵਾਂ ਤੇ ਪਰਿਕਰਮਾ, ਆਨੰਦ ਸਾਹਿਬ ਦਾ ਪਾਠ, ਵਿਆਹ ਵੇਲੇ ਸ਼ਬਦ, ਇਹ ਆਪਾਂ ਸੰਖੇਪ 'ਚ ਦੱਸ ਰਹੇ ਹਾਂ ਜੋ ਹੁਣ ਤੱਕ ਸਾਰਾ ਪੜ੍ਹਿਆ। ਪਾਠ ਦਾ ਭੋਗ ਪਾਉਣਾ, ਅਰਦਾਸ ਸਮਾਪਤੀ, ਸ਼੍ਰੀ ਮੁੱਖ ਵਾਕ,
ਫਿਰ ਪੱਲਾ ਛਡਾਉਣਾ, ਦੇਗ ਵਰਤਾਉਣੀ, ਆ ਕੇ ਵੀ ਮੱਥਾ ਟੇਕਣਾ ਆਦਿ ਸੰਖੇਪ ਵਿੱਚ ਆਨੰਦ ਕਾਰਜ ਦੀ ਮਰਿਆਦਾ ਕਹਿ ਦਿੱਤੀ ਹੈ। ਉਪਰੋਕਤ ਰਹੁ ਰੀਤੀ ਅਨੁਸਾਰ ਹੀ ਸਭ ਗੁਰਸਿੱਖਾਂ ਨੇ ਆਪਣੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰਨੇ। ਗੁਰੂ ਜੀ ਹਰ ਸਮੇਂ ਸਹਾਈ ਹੋਣਗੇ। ਇਹ ਸੀ ਸਾਡਾ ਆਨੰਦ ਕਾਰਜ ਸੰਸਕਾਰ।